और सारे ही जी ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਰਾਹੀਂ ਜੀਵਨ ਦੀ ਜਾਂਚ ਸਿੱਖ ਰਹੇ ਹਾਂ। ਬਡਭਾਗੀ ਆਪਾਂ ਸਾਰੇ ਜੀਵ, ਅਕਾਲ ਪੁਰਖ ਪਰਮਾਤਮਾ ਜੀ ਨੇ ਕਿਰਪਾ ਕੀਤੀ, ਆਪਾਂ ਇੱਕ ਸੰਗਤ ਰੂਪ ਦੇ ਵਿੱਚ ਇਕੱਤਰ ਹੋਏ ਹਾਂ। ਆਓ ਜਿੱਦਾਂ ਆਪਾਂ ਨੂੰ ਗੁਰਮੁਖ ਪਿਆਰੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾ ਰਹੇ ਥੇ, ਉਸੀ ਤਰੀਕੇ ਨਾਲ ਆਪਾਂ ਨੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਨਾ ਸਾਰੇ ਨੇ। विधि जुगती आप सारे समझे होए आ। गुरमुख प्यारो एक डूंघाई आप वाहिगुरु गुरमंत्र की और बरीकी समझ लो। आवाज उच्ची करने का भाव बखरा है, मालिक नूं हिरदे दे नाल याद करने का भाव बखरा है। उच्ची गुरमंत्र दृढ़ करना, आवाज नूं आप अपने भाव तो उच्ची करना, ये वखरी विचार है। आवाज का उच्ची हो जाना, विचारा दे नाल मन बच्चे का युद्ध होना, वाहिगुरु गुरमंत्र का असल मीनिंग आ। कई बार मन बच्चे नूं आ भुलेखा पै जांदा भी असी वाहिगुरु गुरमंत्र उच्ची बोल के दृढ़ करना है। गुरबाणी गुरु दे विचों महाराज ने भेज दिया है आपां नूं वाहिगुरु गुरमंत्र आपां ने धुन दे विच ध्यान धरदे होया करना है बस। बाकी सारा कुछ मालिक पे छड़ देना। एक ही ख्याल रखना, ये वाहिगुरु गुरमंत्र की धुन दे विच ध्यान धरण दे लई भी महाराज ने आपां नूं इस करके भेज दिया है क्योंकि मन लगातार एक थां तो मालिक दे दर तो जिन्हों थिर घर कहा गया है, जो पौण पानी अगन नूं विसारदे होया चौथा पद जिन्हों कहा गया है, जिन्हों सुन कहा गया है, जिन्हों गगन कहा गया है, जिन्हों सहज गुफा कहा गया है, मन बच्चा जाके उत्थे बहंदा नहीं। उत्थे मन बच्चे नूं बिठाण दे लई ਇਹ ਆਪਾਂ ਨੂੰ ਭੇਜ ਦਿੱਤਾ ਗਿਆ ਗੁਰਬਾਣੀ ਗੁਰੂ ਦੇ ਵਿੱਚੋਂ ਕਿ ਤੁਸੀਂ ਮਾਇਆ ਦੇ ਨਾਲ ਜਿਹੜੀ ਇਕਮਿਕਤਾ ਹੋਈ ਹੋਈ ਆ ਉਹਨੂੰ ਵਿਸਾਰ ਦਿਓ, ਉਹਨੂੰ ਤੋੜ ਦਿਓ। ਜਿਹੜੇ ਬੱਜਰ ਕਪਾਟ ਤ੍ਰੈ ਗੁਣਾ ਦੇ ਮਨ ਬੱਚੇ ਦੇ ਤੇ ਮਾਲਿਕ ਦੇ ਵਿੱਚ ਹੈ, ਉਹਨਾਂ ਨੂੰ ਧੱਕੇ ਨਾਲ ਨਹੀਂ ਤੋੜਿਆ ਜਾ ਸਕਦਾ। ਸਮਝ ਰਹੇ ਨਾ ਆਪਾਂ? ਇਹ ਵਾਹਿਗੁਰੂ ਗੁਰਮੰਤਰ ਨੂੰ ਉੱਚੀ ਬੋਲਣ ਦਾ ਜੇ ਭਾਵ ਹੈ, ਉਹ ਸਾਡੀ ਸੁਰਤ ਦਾ ਜ਼ੋਰ ਨਹੀਂ ਹੋਣਾ ਚਾਹੀਦਾ, ਉਹ ਸਾਡੀ ਸੁਰਤ ਦਾ ਪ੍ਰੇਮ ਹੋਣਾ ਚਾਹੀਦਾ ਹੈ। ਜੋ ਪਾਵਰ ਪ੍ਰੇਮ ਦੇ ਵਿੱਚੋਂ ਹੈ ਉਹ ਦੁਨੀਆ ਦੇ ਵਿੱਚੋਂ ਕਿਸੇ ਚੀਜ਼ ਦੇ ਵਿੱਚ ਨਹੀਂ ਹੈ, ਨਾ ਹੈ ਨਾ ਕभी ਹੋ ਸਕਦੀ। ਜੋ ਪ੍ਰੇਮ ਦੇ ਵਿੱਚੋਂ ਇੱਕ ਪਾਵਰ ਵਿੱਚ ਉਹਦੇ ਰੱਖੀ ਹੋਈ ਹੈ वो है अटूट, ਜਿਹਨੂੰ ਮਹਾਰਾਜ ਗੁਰਬਾਣੀ ਗੁਰੂ ਦੇ ਵਿੱਚ ਭੇਦ ਦੇ ਰਹੇ ਕਹਿੰਦੇ ਮੂੰਹ ਲਾਲਨ ਸਿਓ ਪ੍ਰੀਤ ਬਣੀ ਤੋੜੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਦ ਹੋ ਖਿੰਚਤਣੀ। ਇਹ ਪ੍ਰੇਮ ਦੀ ਵਿਚਾਰ ਕਰ ਰਹੇ ਉੱਥੇ ਕਿ ਜਿਹੜੀ ਪ੍ਰੀਤੀ ਹੈ, ਜਿਹੜੀ ਪ੍ਰੇਮ ਦੀ ਸਾਡੀ ਭਾਵਨਾ ਹੈ, ਉਹਦੇ ਵਿੱਚ ਜੋ ਪਾਵਰ ਹੈ ਉਹੀ ਬੱਜਰ ਕਪਾਟ ਨੂੰ ਤੋੜ ਸਕਦੀ ਆ। ਬਾਕੀ ਕੋਈ ਦੁਨੀਆ ਦੀ ਪਾਵਰ ਇਹੋ ਜਿਹੀ ਨਹੀਂ ਹੈ ਜਿਹੜੀ ਮਾਲਿਕ ਦੇ ਤੇ ਸਾਡੇ ਵਿੱਚ ਜਿਹੜੇ ਬੱਜਰ ਕਪਾਟ ਹੈ ਉਹਨਾਂ ਨੂੰ ਖੋਲ ਸਕੇ। ਇੱਕ ਹੀ ਹੈ, ਮਨ ਬੱਚੇ ਦੇ ਹਿਰਦੇ ਦੇ ਵਿੱਚੋਂ ਮਾਲਿਕ ਦੇ ਲਈ ਪ੍ਰੇਮ, ਮਨ ਬੱਚੇ ਦੇ ਹਿਰਦੇ ਦੇ ਵਿੱਚੋਂ ਮਾਲਿਕ ਦੇ ਲਈ ਵਿਛੋੜੇ ਦਾ ਦੁੱਖ, ਮਨ ਬੱਚੇ ਦੇ ਹਿਰਦੇ ਦੇ ਵਿੱਚ ਮਾਲਿਕ ਦੇ ਲਈ ਵਿਰਾਗ, ਜਿਹੜਾ ਭਗਤ ਕਬੀਰ ਜੀ ਨੇ ਆਪਾਂ ਨੂੰ ਭੇਦ ਦਿਆ ਬਿਨ ਬੈਰਾਗ ਨਾ ਛੂਟਸ ਮਾਇਆ। ਇਹ ਸਾਰੀ ਕਹਾਣੀ ਜੋ ਅਸੀਂ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਦੇ ਹਾਂ, ਇਹ ਅੱਖਰਾਂ ਦਾ ਕੋਈ ਮੀਨਿੰਗ ਨਹੀਂ ਹੈ ਇਹਦੇ ਵਿੱਚ। ਜੋ ਅੱਖਰ ਚਾਰ ਯੁੱਗਾਂ ਦੇ ਵਿੱਚ ਜੋੜ ਕੇ ਇਹ ਵਾਹਿਗੁਰੂ ਗੁਰਮੰਤਰ ਜੋੜਿਆ ਗਿਆ, ਇਹ ਬਹੁਤ ਵੱਡੀ ਪਾਵਰ ਹੈ, ਇਹਦੇ ਵਿੱਚੋਂ ਮਾਲਿਕ ਦੀ ਦਿੱਤੀ ਹੋਈ ਦਾਤ ਹੈ। ਲੇਕਿਨ ਜਿਹੜੀ ਇਹਦੇ ਵਿੱਚੋਂ ਡੂੰਘਾਈ ਲੁਕੀ ਹੋਈ ਹੈ वो है मालिक दे नाल टुटी हुई प्रेम दी गंढ नूं दुबारा ते पाण दा तरीका। ਇਹ ਵਾਹਿਗੁਰੂ ਗੁਰਮੰਤਰ ਦੇ ਵਿੱਚੋਂ इतना अथाह खजाना लुकिया होया है
ਨਾਵ ਘਾਟ ਤੋਂ ਲੈ ਕੇ ਔਰ ਮਾਲਿਕ ਦੇ ਦਰ ਤੱਕ ਦੇ ਵਿੱਚ ਦਾ ਜਿਹੜਾ ਭਵਸਾਗਰ ਹੈ, ਜਿਹੜੀ ਅਕਥ ਕਹਾਣੀ ਬਣਦੀ ਆ, ਦਰ ਤੋਂ ਲੈ ਕੇ ਲੋਕ ਤੱਕ, ਲੋਕ ਤੇ ਲੈ ਕੇ ਦਰ ਤੱਕ, ਜੋ ਵਿੱਚ ਦੀ ਕਹਾਣੀ ਆ, ਜਿਹੜੀ ਅਕਥ ਕਹਾਣੀ ਦੇ ਰਾਹੀਂ ਆਪਾਂ ਸਰਵਣ ਕਰਦੇ ਆ ਸਾਰੇ, ਉਹ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਤਿਆਰ ਹੁੰਦੀ ਆ। ਵਾਹਿਗੁਰੂ ਗੁਰਮੰਤਰ ਜੋ ਆਪਾਂ ਨੂੰ ਭੇਦ ਦਿਆ ਗਿਆ, ਜਿਹੜਾ ਆਪਾਂ ਦ੍ਰਿੜ ਕਰਦੇ ਆ, ਇਹ ਬੋਡੀ ਦਾ ਜ਼ੋਰ ਨਹੀਂ ਚੱਲਣਾ। ਜੇ ਅਸੀਂ ਚਾਹਵੇਂ ਸਾਡੀ ਬੋਡੀ ਕੰਬਦੀ ਆ, ਥੱਕ ਜਾਂਦੀ ਆ, ਬਹੁਤ ਕੁਝ ਏਦਾਂ ਦਾ ਦੇਹੀ ਦੇ ਨਾਲ ਧੱਕਾ ਹੁੰਦਾ, ਜ਼ੋਰ ਪੈਂਦਾ ਬੋਡੀ ਤੋਂ, ਇਹ ਨਹੀਂ ਹੋਣਾ। ਇਹ ਕਹਾਣੀ ਆ ਨਹੀਂ ਹੈ। ਮਾਲਿਕ ਦੀ ਜਿਹੜੀ ਕਹਾਣੀ ਹੈ, ਉਹ ਸਿਰਫ ਔਰ ਸਿਰਫ ਕਹਾਣੀ ਹੈ ਪ੍ਰੇਮ ਦੀ। ਮਾਇਆ ਦੇ ਨਾਲ ਪੈ ਗਿਆ ਮੋਹ, ਮਾਲਿਕ ਦੇ ਨਾਲ ਟੁੱਟ ਗਿਆ ਪ੍ਰੇਮ। ਆ ਕਹਾਣੀ ਆ। ਜਿਹੜੇ ਭਗਤ ਧੰਨਾ ਜੀ ਹੋਏ, ਨਾਮਦੇਵ ਜੀ ਹੋਏ, ਪ੍ਰਹਲਾਦ ਜੀ ਹੋਏ, ਧਰੁਵ ਹੋਏ, ਭਗਤ ਕਬੀਰ ਜੀ ਹੋਏ, ਬਾਬਾ ਫਰੀਦ ਜੀ ਹੋਏ, ਸਾਰਿਆਂ ਜਿੰਨੇ ਵੀ ਅੱਜ ਸਭਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੱਜ ਬੈਠੇ ਹੋਏ, ਆਪਾਂ ਸਾਰਿਆਂ ਨੂੰ ਗਿਆਨ ਦੇ ਰਹੇ, ਪ੍ਰੇਮ ਕਰਨ ਦਾ ਗਿਆਨ ਦੇ ਰਹੇ, ਕੱਟੜਪੰਥੀ ਨੂੰ ਤੋੜਨ ਦਾ ਗਿਆਨ ਦੇ ਰਹੇ। ਧੰਨਾ ਭਗਤ ਜੀ ਨੂੰ ਕੀ ਹੋਇਆ ਮਾਲਿਕ ਦੇ ਨਾਲ? ਭੋਲੇ ਭਾਵ ਦੇ ਰਾਹੀਂ ਪ੍ਰੇਮ ਇਤਨਾ ਹੋ ਗਿਆ ਕਿ ਗਿਆਨ ਦੁਨੀਆਦਾਰੀ ਦਾ ਸਾਰਾ ਵਿਸਰ ਗਿਆ। ਜਿਹਨੂੰ ਮਾਲਿਕ ਦੇ ਨਾਲ ਪ੍ਰੇਮ ਹੋ ਗਿਆ, ਉਹ ਦ੍ਰਿਸ਼ਟਮਾਨ ਰੂਪ ਦੇ ਵਿੱਚੋਂ ਬਹੁਤਾ ਤਰਕ ਨਹੀਂ ਕਰੂਗਾ। ਉਹ ਸਿਰਫ ਇੱਕ ਹੀ ਚੀਜ਼ ਕਰੂਗਾ ਕਿ ਮਾਲਿਕ ਨੂੰ ਤਰਲੇ ਮਿੰਨਤਾਂ ਕਰੂਗਾ, ਉਹਨੂੰ ਮਨਾਊਗਾ, ਉਹਦੇ ਲਈ ਹਰ ਉਹ ਕੁਝ ਕਰਨ ਦੇ ਲਈ ਤਿਆਰ ਰਹੂਗਾ ਕਿ ਬਸ ਕਿਸੇ ਤਰ੍ਹਾਂ ਮਿਲਾਪ ਹੋ ਜਾਵੇ। ਤੇ ਉਹ ਜੋ ਪ੍ਰੇਮ ਹੈ, ਉਹ ਲੋਕ ਤੇ ਪਰਲੋਕ ਤੱਕ ਦੀ ਦੂਰੀ ਨੂੰ, ਜਿਹਨੂੰ ਆਪਾਂ ਕਹਿੰਦੇ ਆ, ਆਪਾਂ ਪਲਕ ਜਿਹੜੇ ਝਪਕਦੇ ਹੈ, ਪਲਕ ਝਪਕ ਦੇ ਵਿੱਚ ਤਾਂ ਬਹੁਤ ਸਮਾਂ ਵੱਧ ਲੱਗ ਜਾਂਦਾ ਹੈ। ਉਸ ਸੁਰਤੀ ਦਾ ਮਾਲਿਕ ਦੇ ਨਾਲ ਇੱਕਮਿਕ ਹੋਣੇ 'ਚ ਇਤਨਾ ਸਮਾਂ ਲੱਗਦਾ ਹੈ। ਆ ਕਹਾਣੀ ਸਾਨੂੰ ਗੁਰਬਾਣੀ ਗੁਰੂ ਦੇ ਵਿੱਚੋਂ ਮਹਾਰਾਜ ਦੇ ਦੱਸ ਰਹੇ। ਦੇਖੋ, ਇੱਕ ਉੱਚੀ ਆਵਾਜ਼, ਕ੍ਰੋਧ ਦੇ ਵਿੱਚੋਂ ਵੀ ਬੰਦਾ ਉੱਚੀ ਹੀ ਬੋਲਦਾ ਹੈ, ਸਲੋ ਨਹੀਂ ਬੋਲਦਾ, ਉੱਚੀ ਬੋਲਦਾ ਹੈ। ਉਹਦੇ ਵਿੱਚ ਕੀ ਕਰਦਾ ਹੈ? ਕਾਲ ਦੀ ਪਾਵਰ ਦਾ ਇਸਤੇਮਾਲ ਕਰਦਾ ਤੇ ਬੋਡੀ ਦੀ ਗਿਆਨ ਇੰਦਰੀਆਂ ਇਤਨਾ ਜ਼ਿਆਦਾ ਅਲਰਟ ਕਰ ਲੈਂਦਾ ਹੈ। ਉਲਟਾ ਹੈ ਆ, ਦੇਖੋ, ਇਤਨਾ ਜ਼ਿਆਦਾ ਅਲਰਟ ਕਰ ਲੈਂਦਾ ਹੈ ਕਿ ਉਹਦੀ ਬੋਡੀ ਬਹੁਤ ਜ਼ਿਆਦਾ ਹੀਟ ਹੋ ਜਾਂਦੀ ਹੈ ਤੇ ਅੱਖਾਂ ਬਹੁਤ ਵੱਡੀਆਂ ਵੱਡੀਆਂ ਖੁੱਲ ਜਾਂਦੀਆਂ। ਠੀਕ ਹੈ। ਇਹ ਜਿਹੜੀ ਮਾਲਿਕ ਨੂੰ ਆਵਾਜ਼ ਲਗਾਉਣ ਵਾਲੀ ਜੁਗਤੀ ਵਿਧੀ ਆ, ਇਹਦੇ ਵਿੱਚ ਗਿਆਨ ਇੰਦਰੀਆਂ ਤੇ ਮਨ ਬੱਚੇ ਦਾ ਅਟੈਚਮੈਂਟ ਬਿਲਕੁਲ ਖਤਮ ਹੋ ਜਾਂਦਾ ਹੈ। ਆਵਾਜ਼ ਤਾਂ ਬਹੁਤ ਉੱਚੀ ਲੱਗਦੀ ਆ, ਲੇਕਿਨ ਰਸਤਾ ਵੱਖਰਾ ਹੈ। ਅਸੀਂ ਬਾਰ-ਬਾਰ ਆਪਾਂ ਵਿਚਾਰ ਕਰ ਰਹੇ ਹਾਂ ਕਿ ਉੱਚੀ ਆਵਾਜ਼ ਲਗਾਉਣ ਦਾ ਭਾਵ ਹੈ ਮਾਇਆ ਦੇ ਨਾਲ ਯੁੱਧ ਕਰਨਾ ਔਰ ਮਾਲਿਕ ਨੂੰ ਹੌਕੇ ਮਾਰਦੇ ਹੋਇਆ ਆਵਾਜ਼ ਦੇਣਾ, ਔਰ ਸੱਚੀ ਮੁੱਚੀ ਆਵਾਜ਼ ਦੇਣਾ। ਇਹ ਚੀਜ਼ ਨੂੰ ਸਮਝੋ। ਆਪਾਂ ਸਾਰੇ ਪਰਿਵਾਰ, ਜਿਤਨੇ ਭੈਣ ਭਰਾ, ਸਾਰੇ ਆਪਾਂ ਬੈਠੇ, ਇਹ ਮਹਾਰਾਜ ਆਈ ਤਾਂ ਆਪਾਂ ਨੂੰ ਦੱਸ ਰਹੇ ਹੈ ਕਿ ਕਰ ਮਿੰਨਤ ਕਰ ਜੋਦੜੀ, ਮੋਹਿ ਪ੍ਰਭ ਮਿਲਣ ਕਾ ਚਾਉ, ਕਰ ਮਿੰਨਤ ਕਰ ਜੋਦੜੀ। ਬਹੁਤ ਸਾਰੀ ਗੁਰਬਾਣੀ ਗੁਰੂ ਦੀਆਂ ਪੰਗਤੀਆਂ, ਬਹੁਤ ਸਾਰਾ ਗਿਆਨ, ਬਹੁਤ ਸਾਰਾ ਇਕੱਠਾ ਮਤ ਕਰ ਨੋ। ਠੀਕ ਹੈ, ਮਹਾਰਾਜ ਦੀ ਗੁਰਬਾਣੀ ਗੁਰੂ ਨੂੰ ਆਨੰਦ ਮੰਨਣਾ, ਵਿਚਾਰਨਾ, ਬਹੁਤ ਕੁਝ ਆਨੰਦ ਲੈਣਾ, ਸਾਰੀ ਗੁਰਬਾਣੀ ਗੁਰੂ ਆਨੰਦ ਦਾ ਇੱਕ ਬਹੁਤ ਵੱਡਾ ਅਥਾਹ ਸਾਗਰ ਹੈ। ਲੇਕਿਨ ਨਿਚੋੜ ਇੱਕ ਹੀ ਨਿਕਲਦਾ, ਸ਼ਬਦ ਤੇ ਸੁਰਤ ਦਾ ਮੇਲ, ਸੁਰਤੀ ਨੂੰ ਮਾਲਿਕ ਦੇ ਨਾਲ ਪ੍ਰੇਮ। ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ, ਗੁਰਮੁਖ ਨਾਦਨ ਗੁਰਮੁਖ ਬੇਦਨ, ਗੁਰਮੁਖ ਰਿਹਾ ਸੁਮਾਈ। ਕਹਿੰਦੇ ਜਿਹੜੀ ਸੁਰਤੀ ਨੂੰ ਮਾਲਿਕ ਦੇ ਨਾਲ ਪ੍ਰੇਮ ਹੋ ਗਿਆ, ਮਾਲਿਕ ਦੇ ਵਿੱਚੋਂ ਜਿਹੜੀ ਸੁਰਤ ਜਾ ਕੇ ਸਮਾ ਗਈ, ਕਿ ਉਹ ਤਾਂ ਆਪ ਵੇਦ ਬਣ ਗਈ।
ਇਸ ਕਰਕੇ ਆਪਾਂ ਬਹੁਤ ਜ਼ਿਆਦਾ ਬੜੇ ਇਸ ਸੰਸਾਰ ਦੇ ਇਸ ਚੀਜ਼ ਦੇ ਚੱਕਰ ਦੇ ਵਿੱਚ ਨਹੀਂ ਪੈਣਾ। ਕੀ ਕਰਨਾ ਮਾਲਿਕ ਨੂੰ ਪ੍ਰੇਮ ਕਰਨਾ ਬਸ। ਲੇਕਿਨ ਉਹ ਪ੍ਰੇਮ ਜਿਹੜਾ ਸਾਡੇ ਵਿੱਚ ਕਾਲ ਦੇ ਪਹਿਰਾ ਹੋਣ ਕਰਕੇ ਕਿਤੇ ਨਾ ਕਿਤੇ ਗੁੰਮ ਹੋ ਗਿਆ, ਖੋ ਗਿਆ, ਮਿਲਦਾ ਨਹੀਂ, ਧੱਕੇ ਤੋਂ ਹੁੰਦਾ ਨਹੀਂ। ਜਿੱਦਾਂ ਅਸੀਂ ਇੱਕ ਆਵਾਜ਼ ਮਾਰਦੇ ਨਾ, ਇਹ ਡੁੰਘਾਈ ਨੂੰ ਸਮਝੋ, ਇੱਕ ਆਵਾਜ਼ ਮਾਰਦੇ ਆਪਾਂ ਮਾਲਿਕ ਨੂੰ, ਬੜੀ ਤਿੱਖੀ ਆਵਾਜ਼, ਇਹਦੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਹੈ ਕਿ ਮੈਨੂੰ ਮਿਲਣਾ ਹੈ, ਮੈਥੋਂ ਮਿਲਿਆ ਨਹੀਂ ਜਾ ਰਿਹਾ, ਮੈਨੂੰ ਮਿਲਣਾ ਹੈ। वो मालिक है, वो परमात्मा है, साड़ा पिता है। वो आ थोड़ी ना कहूगा, वो साड़ी भावना देखूगा, सिर्फ वो साड़ी प्रीत देखूगा। कहने ऐसी प्रीत करो मन मेरे, ऐसी प्रीत करो। प्रीति जी सच्ची है। बाबा फरीद जी कह रहे हैं, जिन मन होर मुख होए से कांडे कच्चे। कहने दिलो मोहब्बत जिन सही सच्चे आ, जिन मन होर मुख होए से कांडे कच्चे आ। कहने जिन्हां दी मोहब्बत, जिन्हां दा प्रेम, ਉਹ ਦ੍ਰਿਸ਼ਮਾਨ ਦੇ ਰੂਪ ਦੇ ਵਿੱਚ ਬਾਬਾ ਫਰੀਦ ਮੁਸਲਿਮ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਇਸ ਕਰਕੇ ਜਿਹੜਾ ਆਪਾਂ ਪ੍ਰੇਮ ਕਹਿੰਦੇ ਹਾਂ ਹੈ ਨਾ, ਤੇ ਉਹਨਾਂ ਨੇ ਉਹਨੂੰ ਮੁਹੱਬਤ ਲਿਖਾ ਵੀ ਮਾਲਿਕ ਦੇ ਨਾਲ। ਕਹਿੰਦੇ ਜਿਨ੍ਹਾਂ ਦੀ ਦਿਲ ਤੇ ਮਾਲਿਕ ਦੇ ਨਾਲ ਹੈ ਨਾ ਪ੍ਰੀਤੀ, ਇਕਮਿਕਤਾ, ਕਹਿੰਦੇ ਉਹੀ ਸੱਚੇ ਹੈ, ਭਾਵੇਂ ਕਿਤਨੀਆਂ ਹੀ ਆਵਾਜ਼ਾਂ ਲਾਈ ਜਾਓ। ਉਹੀ ਸੱਚੇ ਹੈ ਜੋ ਦਿਲ ਤੇ ਕਹਿ ਰਹੇ ਹੈ ਕਿ ਮੈਨੂੰ ਤੇਥੋਂ ਮਿਲਣਾ ਹੈ, ਭਾਵੇਂ ਉਹ ਕਿਤੇ ਵੀ ਬੈਠੇ ਦੁਨੀਆ 'ਚ, ਕਿਸੇ ਵੀ ਕੋਨੇ 'ਚ ਬੈਠੇ ਆ। ਜੇ ਉਹਨਾਂ ਨੂੰ ਗਾਈਡ ਕਰਨ ਵਾਲਾ ਹੁਣੇ ਉੱਥੇ ਪਹੁੰਚਾ ਨਹੀਂ ਨਾ, ਅਗਰ ਉਹਨਾਂ ਦੀ ਆਵਾਜ਼ ਸੱਚੀ ਹੈ। ਭਗਤ ਕਬੀਰ ਜੀ, ਸਾਰੇ ਗੁਰੂ ਸਾਹਿਬਾਨ ਭਗਤ ਜਵਾਂ ਇੱਥੇ ਕੀ ਧੰਨਾ ਭਗਤ ਜੀ ਕਹਿ ਰਹੇ ਹੈ ਕਿ ਇਤ ਵਿਦ ਸੁਨ ਕੇ ਜਾਟੜੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡ ਭਾਗਾ। ਮਾਲਿਕ ਨਹੀਂ ਬਦਲਾ, ਮਾਲਿਕ ਬਿਲकुल नहीं बदला, सुरता बदल गई। मालिक अज भी इतना ही दयालु है जितना धन्ना भगत जी के समय था, प्रहलाद जी के समय था, नामदेव जी के समय था। वो ही है, मालिक नहीं बदला, एक ही है, आदि से अंत तक एक ही है। वो नहीं बदला, बदल गए मन बच्चे। जिन्होंने उन्होंने बुलाया है वो हाजिर होया है, अज भी हाजिर हुंदा है वो। आप कहने ना कि मैं इतना मालिक के लिए इतनी सारा कुछ, मैं कितना कुछ कर रहा है, क्यों नहीं आ रहा वो? इतना सिमरन करता हाँ, शब्द भी सुनता हाँ, बहुत कुछ करता हाँ, कि नहीं सच्चाई तो सुन ले, सच्चाई तो आवाज मार दे। अगर एक बार भी मार दी ना, भरोसा वाहिगुरू, अगर एक बार भी मालिक को आवाज मार दी, मालिक दूर नहीं है, उस एक आवाज दे विच ही असीं 3 लोकां नूं पार कर जाएंगे। एक आवाज दे विच, प्रेम दी आवाज दे विच इन्नी पावर है। और 3 गुणा दे विच मारी गई असंख्य आवाजां दे विच भी नो, कोई रिजल्ट नहीं बनता। ते कहानी की है? कहानी वो है जो गुरु गोबिंद सिंह महाराज जी कह रहे हैं कि साच कहूँ सुन ले हो सब है, जिन प्रेम कियो तिन ही प्रभु पायो। ਇਹ ਕਲਯੁਗ ਦੇ ਘੋਰ ਸਮੇਂ ਦੇ ਵਿੱਚੋਂ ਆਪਾਂ ਤੇ ਸਾਰੇ ਜੀਆਂ ਤੋਂ ਤਰਸ ਕਰਦੇ ਹੋਇਆਂ ਗੁਰੂ ਸਾਹਿਬਾਨ ਭਗਤ ਸਾਹਿਬਾਨ ਜੀ ਨੇ ਉਹ ਖਜ਼ਾਨਾ ਕਲਮਬੰਦ ਕਰ ਦਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚੋਂ। ਕਹਿੰਦੇ ਜਿਹੜੇ ਮਨ ਬੱਚੇ ਢੀਠ ਹੋ ਜਾएंगे, रास्ता लबन बताने वाला कोई नहीं मिलेगा। साहिब श्री गुरु ग्रंथ साहब महाराज जी के कोल आएंगे, कहानी नूं समझेंगे, बुझेंगे, मालिक दे नाल टुटी हुई प्रीति, मालिक दे नाल टुटी हुई गंढ दोबारा बह जाओगी। जिहड़ा वार वार वाहिगुरु गुरमंत्र दृढ़ करना है, इहदा मतलब है कि जिहदे नाल विछड़ गए उन्होंने बार बार आवाज लगाना। एक बार लगाना, सपोज करो मनो इनू जिहड़ी विचार अपनी हो रही है, ये सारी कुछ कलमबंद है। जिन्हें अपने भैन भरा गुरमुख बीबियां गुरमुख जिन्हें भी सारे बैठे हैं, गुरबाणी गुरु नूं विचारो, सारा कुछ उहदे विच कलमबंद मिलूगा। सपोज करो असी दरवाजे ते खड़े हैं, असी दरवाजे ते ही खड़े हैं ना, विच अंदर मालिक बैठा है।
इतना ही मन लो बस। और मिलाप का कितना मन है, सारा कुछ है वाहिगुरु गुरु मंत्र च रख दो। शब्द नहीं सुने जाते ना, ਇਹਦੇ ਵਿੱਚ रख दो। समझ नहीं आ रहा ना कुछ भी, ਇਹਦੇ ਵਿੱਚ रख दो। ਮਿਲਾਪ ਔਖਾ ਹੋ ਰਿਹਾ है ना, ਇਹਦੇ ਵਿੱਚ रख दो। ਕਿਹਦੇ ਵਿੱਚ? ਇਹ ਆਵਾਜ਼ ਦੇ ਵਿੱਚ। ਮੈਥੋਂ ਨਹੀਂ ਆਇਆ ਜਾ ਰਿਹਾ ਮਾਲਿਕ, ਮੈਂ ਕੀ ਕਰਾਂ। ਮੈਨੂੰ ਇਹ ਦੁਨੀਆ ਚੰਗੀ ਨਹੀਂ ਲੱਗਦੀ, ਮੈਨੂੰ ਖਾਣ ਪੀਣ ਵੀ ਅੱਛਾ ਨਹੀਂ ਲੱਗਦਾ, ਮੈਨੂੰ ਕੁਛ ਅੱਛਾ ਨਹੀਂ ਲੱਗਦਾ, ਮੈਂ ਕਿੱਦਾਂ ਆਵਾਂ, ਮੈਂ ਤਾਂ ਫਸ ਗਿਆ ਇੱਥੇ। ਇਹੀ ਤਾਂ ਲਿਖ ਰਿਹਾ ਗੁਰਬਾਣੀ ਗੁਰੂ ਦੇ ਵਿੱਚੋਂ, ਆਈ ਤਾਂ ਕਲਮਬੰਦ ਹੋਇਆ ਹੋਇਆ ਭਗਤ ਸਹਿਬਾਨ ਗੁਰੂ ਸਾਹਿਬਾਨ ਜੀ ਨੇ, ਆਈ ਤਾਂ ਕਹਿੰਦੇ ਇਹੋ ਵਿਛੋੜਾ ਚੱਲਿਆ ਨਾ ਜਾਏ। कहने करवत भला न करवट तेरी, लाग गले सुन बेनती मेरी। यही कह रहे हैं ना जो आप कह रहे हैं, यही कह रहे हैं वो। असी किथे रह गए, असी रह गए किथे देखा किथे सुना। वो कहने सिर्फ प्रेम ते गाओ, वाह गुरु। एक बार नहीं सुनी दोबारा कहो, दोबारा नहीं सुनी दोबारा कहो। अपने आप को देखते हुए कहो मैं बहुत निकम्मा हाँ मालिक, सारिਆਂ ਨੂੰ ਗਿਆਨ ਹੈ, ਸਾਰਿਆਂ ਨੂੰ ਬਹੁਤ ਕੁਝ ਹੈ ਮਾਲਿਕ, ਮੈਂ ਤਾਂ ਬਹੁਤ ਘੋਰ ਪਾਪੀ ਹਾਂ ਵਾਹਿਗੁਰੂ, मैं किद्दां तरूंगा। मन फिर विराग करूगा, मेरा की बनूगा मालिक, मेरा पता नहीं कितना समय बाकी रह गया, जो मैं तेरे कोल ना आया फिर मेरा की बनूगा मालिक, मेरे ते तरस कर दे, मैनू लै चल हथे दे, मैनू नाम की पहचान करा दे। मालिक के साथ बात करो, आप सीधी सीधी अटैचमेंट मालिक के साथ जोड़ो, फिर ध्यान जाऊगा माया के साइड। इनू प्रेम क्या गया है। भगत कबीर जी ने की क्या, कहने तन ना बुनना सब तजियो है कबीर। उन्होंने तन ना बुनना भी छड़ दिया, क्यों? कहने इतनी देर च मैं धागा फेर के लाना, वो चरखा कतदे थे, कहने इतनी देर से मेरा नाम बिसर जाता। प्रेम सिखा रहे हैं वो, प्रेम, इतना प्रेम हो गया। भगत कबीर जी कह रहे दुनिया कह रही है कि कबीर बिगड़ गया, भगत कबीर जी कह रहे मैं बिगड़ियो बिगड़िया मत ओरा, कहने मैं तो बिगड़ गया, कोई होर ने बिगड़ियो हुण। की सिखा रहे हैं आपां नूं? प्रेम सिखा रहे हैं। मालिक अज भी उत्थे ही है जिथे पहले था, असी चले गए थल्ले, ते सानू लोड़ है मालिक नूं प्रेम ते बुलाने दी। रूम च है, किचन च है, हर जगह है। इत्थे तक कि साड़ी देही च है, साड़ी जिथे पलका खुलदियां इत्थे बैठा है। इत्थे तक कि नक दे विच श्वास कितने नेड़े तो आ रही है, ओही दे रहा है। और असी उन्नू कैसे आवाज मार रहे हैं, वाह गुरु। ਇਹਦੇ ਵਿੱਚ ਡੂੰਘਾਈ पता की आ, ਉੱਚੀ ਬੋਲਣ ਦੇ ਵਿੱਚ ਡੂੰਘਾਈ ਆ। मन विचारां दे विच है माया छड़दी नहीं, मैनू बचा ले, मैनू तार ले, ਇਹਦੇ ਵਿੱਚ आ डूंघाई आ। जो आप कहने ना अपनी धुन दे विच ध्यान धरो, वो इस करके महाराज ने जुगती दिया कि ध्यान तो माया दे विच चला गया ना, ते जुगती दे दी क्या तरीका है, चाहे जिवें दा भी जीव होगा, जे धुन दे विच ध्यान धरूगा तो कहने ठिकाने तो आ जाऊगा, दर ते आ जाऊगा। ये तो एक रस्ता दिया है, लेकिन आधार प्रेम ही बनूगा मिलाप दा। लिवधाद दो ही रहा है, हुक्मे कार कमाओ, कहने दो ही रस्ते हैं। बहुत ज्यादा ਅਸੀਂ ਉਹਨੂੰ ਫੋਨ ਕਰ ਰਹੇ ਹਾਂ, ਉਹਨੂੰ ਫੋਨ ਕਰ ਰਹੇ ਹਾਂ, ਉਹਨੂੰ ਫੋਨ ਕਰ ਰਹੇ, ਅਸੀਂ ਸਿੱਧਾ ਫੋਨ ਮਾਲਿਕ ਦੇ ਨਾਲ ਕਰੋ। ਉਹਨੂੰ ਜੋ ਪਸੰਦ ਨਹੀਂ ਹੈ ਮਤ ਬੋਲੋ, ਉਹਨੂੰ ਜੋ ਪਸੰਦ ਨਹੀਂ ਹੈ ਮਤ ਖਾਓ, ਉਹਨੂੰ ਪਸੰਦ ਨਹੀਂ ਹੈ ਕਿ ਤੁਸੀਂ ਪੰਜਾਂ ਦਾ ਸੰਗ ਕਰੋ, ਮਤ ਕਰੋ। ਇਹੀ ਤਾਂ ਕਿਹਾ ਸਾਨੂੰ ਕਿ ਕਾਮ ਕ੍ਰੋਧ ਲੋਭ ਮੋਹ द्रोह याहू जूवत बिहाने कई जन्म, कि ਇਹ काम क्रोध लोभ मोह अहंकार साथ उन्हें बहुत समय बिता लिया, हुण ना बिताओ। यही तो गुरबाणी गुरु आपां नूं गाइड कर रहे हैं। मेरे मालिक नूं पसंद है, मैं किसी की निंदा नहीं करनी, मैनूं परवाह है अपने मालिक की, मैं दुनिया की हर एक चीज छड़ सकदा, मालिक नूं नहीं छड़ सकदा। ये प्रेम है। मैं दुनिया की हर एक चीज नूं ठुकरा सकदा हाँ, पर मैनूं मालिक मिल जावे। यही तो गुरबाणी कह रही है।
कहने तेरी भगत ना छोड़ू, भावें घर च कलेश हो, भावें बिजनेस च कुछ भी हो जावे, कुछ भी हो जावे, कुछ भी हो जावे, कुछ भी हो जावे, होन दो, मैनू तो तू चाहिए है, मैंने कौन से इत्थे सदा वास्ते रहना है। यही तो गुरबाणी गुरु सानू गाइड कर रही है। कादी परवाह निकाहे रे मन चितवै, उदम जा हर हर जो परया, सैल पत्थर में जंतु पाया न ताकर जग आगे कर धरिया, मेरे माधो जी सतसंगत मिलै सो तरया, गुर प्रसाद परम पद पाया, सुखे कास ठरिया। बहक जाता मन बच्चो थोड़ा जिहा कलेश होने तो, बहक जाता थोड़ा जिहा कुछ होने तो, फिर कहता मैं इन्ना प्रेम मालिक नू करदा, मेरी गल क्यों नहीं बनती, मेरा भरोसा क्यों नहीं बनता। कहते जेह्ड़े घट घट दे विच है वो तो भरोसा नहीं बनता, जेह्ड़ा अखां दे सामने नासवान हो रहा वो ते भरोसा है। भगत कबीर जी ने कहा कहने लाज मरो कहो घर मेरा, ये सुनान दे लिए नहीं कहा, ये मन बच्चे नू चोट मारी शब्द दी, कहने लाज मरो कहो घर मेरा, अंत की वार नहीं किछ तेरा। क्यों नहीं है सच्चाई नू समझदा, कुछ भी नहीं है तेरा, तू एक अच्छे व्यापारी है, व्यापारी कितना दा व्यापार करके लेके जाएगा, बस तू इच्छाधारी है। किते भी जा, किते भी जा, किते भी जा, मालिक नू ढूंढ, मालिक नू आवाज मार, जे तेनू सच्ची मालिक तो मिलाप करना है, यही कह रहे हैं महाराज अपन। देखो जो अज जिन्होंने अपनी सारी दुनिया ते आने वाले समय तक रहिंदी दुनिया तक उन्होंने नतमस्तक होंदे रहेंगे हमेशा। उन्होंने की करा, अत दी गरीबी कट्टी, अत दी गरीबी, लेकिन मालिक नू मंगा। भगत कबीर जी की कह रहे हैं, कहने अध सिर मांगू दाले मोको, दोनों बखर चिवाले। धन्यवाद जी की कह रहे हैं, कहने खाट मंगो चौपाई, सरहाना अबर दुलाई, घर की हन चंगी, धन ना लेवे मंगी। कितना क मंगा, अपन तो विराग आना चाहिए है, मेरे पास एक छत भी है, मेरे पास कपड़े भी हैं, मेरे पास मंजा भी है, मेरे पास पंखा भी है, मेरे पास इतने मेरे पास तो एसी भी है, कुछ एसी दे विच भी रह रहे, मेरे पास तो सारा कुछ है, ते सारे कुछ नू देख के विराग करना चाहिए। तेनू तां तेने मैनू मंगन दे पहले ही दे दिया, हुण मैं तेतों की मंगा, हुण मैनू सिर्फ तू चाहिए है। विराग आना चाहिए है सारी चीज नू देख के कि मालिक, भक्त कबीर जी ने तो या कुछ मंगा, किने आटा मंगा, दाल मंगी, नून मंगा, वो सारिया चीज़ां मंगिया, लोड़ वांगू मंगिया, इतनियां मंगिया कि मैं खा लवां, जे कोई दर ते आ जाए तो वो भुक्खा ना जाए, बस इतना ही दे दे। ते सानू अपने आप नू देखदे होया, एक अपने मन नू देखदे होया ते मालिक दी दी हुई दातां नू देखदे होए सानू विराग आना चाहिए, मैं इतने इस काबिल था भी नहीं, मालिक तेने तो मैनू कितना कुछ दे दिया, ते हुण मेरा कम रह गया तेरा सिमरन करने का। कहने भूखे भगत ना कीजै, यह माला अपनी लीजै। ਅਸੀਂ ਤਾਂ ਢਿੱਡ ਭਰ ਕੇ ਖਾਂਦੇ ਹਾਂ, ਸਾਰਾ ਕੁਝ ਕਿੰਨਾ ਕੁਝ ਦੇ ਰੱਖਾ ਹੈ, ਤੇ ਅਸੀਂ ਕਹਿੰਦੇ ਕਿ ਕਿੰਨਾ ਟਾਈਮ ਸਿਮਰਨ ਕਰ ਲੈਣਾ ਚਾਹੀਦਾ ਹੈ, ਤਾਂ ਸਾਰੀ ਅਵਸਥਾ ਉਹਨਾਂ ਦੇ ਨਾਲ ਮੈਚ ਨਹੀਂ ਕਰਦੀ। ਉਹ ਜਿੱਦਾਂ ਜਿੱਦਾਂ ਸਾਨੂੰ ਗਾਈਡ ਕਰ ਰਹੇ, ਇਹਦਾ ਮਤਲਬ ਕਿ ਅਸੀਂ ਤਾਂ ਉਹਨਾਂ ਦੇ ਕਹਿਣ ਤੋਂ ਬਾਹਰ ਹੈ। ਦੇਖੋ ਉਹਨਾਂ ਦਾ ਪ੍ਰੇਮ, ਮਾਲਿਕ ਦੇ ਪ੍ਰਤੀ ਪ੍ਰੇਮ ਦੇਖੋ, ਉਹਨਾਂ ਦਾ ਪ੍ਰੇਮ। ਬਾਬਾ ਫਰੀਦ ਜੀ ਕੀ ਕਹਿ ਰਹੇ, ਕਹਿੰਦੇ ਇਹ ਦੋਏ ਨੈਣਾ ਮਤ ਛੂਓ, मोहे थिर देखण की आस। कावां ते कह रहे मेरे अखा ना, मेरे नैन, मेरी अखा ने तरना छुओ, ने मैंने मालिक नू नहीं देखा। देखो ओ प्रेम, ओ 36 बैठे हैं गुरबाणी गुरु दे विच, जिन्हां दे शरीर नू भी ਕਾਂ चुंड चुंड के मांस नू खा गए, उन्होंने हथ नहीं उठाया, कहने पर नेत्र नहीं छूने। उन्हां दी गुरबाणी गुरु दे विच ते असीं जीवन दी जाच सिख रहे, तो सोचो कितना समर्पण होने दी लोड़ है।
इतना गुरबाणी गुरु ਦੇ ਵਿੱਚ ਪ੍ਰੇਮ ਦੀ ਇਤਨੀ ਵੱਡੀ ਇੱਕ ਵਿਚਾਰਧਾਰਾ ਇੱਕ ਐਦਾਂ ਦੀ ਇੱਕ ਬਣੀ ਹੋਈ ਹੈ, ਜੇ ਆਪਾਂ ਕੇਵਲ ਇੱਕ ਵਾਰ ਧਿਆਨ ਨਾਲ ਇੱਕ ਤੁਕ ਵੀ ਮਨ ਦੀ ਡੂੰਘਾਈ ਤੇ ਸਮਝ ਜਾਵੇ, ਕਹਿੰਦੇ ਮਨ ਸਮਝਾਉਣ ਵਾਸਤੇ ਇੱਕ ਛੂਪ ਗਿਆਨ, ਜੇ ਇੰਨਾ ਵੀ ਸਮਝ ਜਾਵੇ ਨਾ और फिर अपने आप की मैचिंग करें, बड़ा बराग होना, बहुत बराग, बहुत बराग, बहुत बराग। विदेशा च बिठा दिया मैनू ले जाके, मैं तो औकात नहीं थी किते आ कुछ करन दी, भी मैनू कित्थे कित्थे बिठा दिया। अपनी कंट्री च भी बैठे, अलग अलग कंट्रियां च भी बैठे, तो मालिक के लिए कितना बराग आना चाहिए, मैनू इतना अच्छा खाना देना है, इतना कुछ देना है, इतना कुछ देना। फिर मैं एक क्वेश्चन करदा, सिमरन कितने घंटे करना चाहिए है? कहने जे सारिया सुख सहूलतां दे रखिया है तो हर समय करना, जे तेन कोई दुख होंदा तो तेरा ध्यान टुट जाता, तेनू तो सारिया चीज़ां अवेलेबल करा रखिया है, हर समय कर। वाहिगुरु जी म्यूट हो गया गुरमुखो। वाह गुरु, 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 वाह वाह खालसा वाहिगुरु जी की फतेह। ਤੇ ਗੁਰਮੁਖ ਪਿਆਰਿਓ, ਆਪਾਂ ਨੂੰ ਆ ਸਾਰਾ ਕੁਝ ਮਹਾਰਾਜ ਦੱਸ ਰਹੇ ਗੁਰਬਾਣੀ ਗੁਰੂ ਦੇ ਵਿੱਚ, ਜਿਹੜੀ ਵਿਚਾਰ ਆਪਾਂ ਕਰ ਰਹੇ ਥੇ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨ ਦੀ, ਉਹ ਆਪਾਂ ਨੂੰ ਮਹਾਰਾਜ ਨੇ ਸਿਰਫ ਔਰ ਸਿਰਫ ਮਾਲਿਕ ਨੂੰ ਪ੍ਰੇਮ ਕਰਨ ਦਾ ਇੱਕ ਸਭ ਤੋਂ ਵੱਡਾ ਆਧਾਰ ਦਿਆ ਹੈ। ਇਸ ਕਰਕੇ ਕਲਮਬੰਦ ਵੀ ਕਰ ਦਿਆ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਭ ਤੇ ਉੱਚੇ ਦਾ ਅਗਰ ਮੀਨਿੰਗ ਕੱਢਿਆ ਜਾਵੇ, ਕੋਈ ਚੀਜ਼ ਬਰਾਬਰੀ ਦੇ ਵਿੱਚ ਨਹੀਂ ਆਉਂਦੀ, ਸਭ ਤੇ ਉੱਚਾ। ਕਿਉਂ? ਕਿਉਂਕਿ ਜੁਗਾਂ ਜੁਗਾਂ ਦੀ ਕਾਲ ਦੀ ਕੀਤੀ ਹੋਈ ਕਮਾਈ ਇੱਕ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਖਤਮ ਕੀਤੀ ਜਾ ਸਕਦੀ ਹੈ। ਤਿੰਨ ਲੋਕਾਂ ਨੂੰ ਸਵਾਸ ਤੇ ਗ੍ਰਾਸ ਦੇ ਵਿੱਚੋਂ ਪਾਰ ਕਰਿਆ ਜਾ ਸਕਦਾ ਹੈ। ਸਾਡੀ ਸੁਰਤ ਦੇ, ਸਾਡੀ ਸੋਚ ਸਮਝ ਤੇ, ਦੁਨੀਆਦਾਰੀ ਦੀ ਸੋਚ ਸਮਝ ਤੇ ਕਈ ਗੁਣਾ ਜ਼ਿਆਦਾ ਉੱਪਰ ਦੀ ਵਿਚਾਰ ਹੈ। ਪਤਾ ਕਿਉਂ? ਇੱਕ ਲੋਕ ਨੂੰ ਪਾਰ ਕਰਨਾ, ਦੋ ਨੂੰ, ਤਿੰਨ ਨੂੰ, ਤਿੰਨਾਂ ਨੂੰ ਸਵਾਸ ਅੰਦਰ ਗਈ, ਉਹੀ ਸਵਾਸ ਲੌਟ ਕੇ ਨਾਭਘਾਟ ਤੋਂ ਨਾਭੀ ਤੋਂ ਵਾਪਸ ਆ ਗਈ, ਤਿੰਨ ਲੋਕ ਪਾਰ ਕਰਦੀ ਹੈ। ਕਾਹਦੇ ਵਿੱਚ? ਗੁਰਮੰਤਰ ਦੇ ਵਿੱਚ। ਤਿੰਨ ਯੁੱਗ ਪੂਰੇ ਬੀਤ ਗਏ ਔਰ ਚੌਥੇ ਯੁੱਗ ਦਾ ਵੀ ਕਾਫੀ समय बीत चुका है। इतने लंबे समय ਦੀ ਤ੍ਰੈ ਗੁਣਾ ਦੀ ਲੱਗੀ ਹੋਈ ਮੈਲ ਜੇ ਸਾਫ਼ ਕੀਤੀ ਜਾ ਸਕਦੀ ਆ, ਇੱਕ ਸਵਾਸ ਅੰਦਰ ਗਿਆ, ਉਹ ਵਾਪਸ ਲੌਟ ਕੇ ਆ ਗਿਆ, ਉਹਦੇ ਵਿੱਚ ਬੈਠਣ ਤੋਂ, ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨ ਦੇ ਵਿੱਚ
ਸਾਫ਼ ਕੀਤੀ ਜਾ ਸਕਦੀ ਆ। ਡੂੰਘਾਈ ਨਾਲ ਸਮਝਣ ਦੀ ਲੋੜ ਹੈ। ਗੁਰਬਾਣੀ ਗੁਰੂ ਕਿਤਨਾ ਖਜ਼ਾਨਾ ਦੇ ਰਹੀ ਆ, ਲੇਕਿਨ ਸਿਖਾ ਰਹੀ ਆ ਪ੍ਰੇਮ। ਜਿੱਦਾਂ ਕਈ ਵਾਰ ਆਪਾਂ ਨੂੰ ਗੁਰਮੁਖਾਂ ਪਾਸੋਂ ਜਿਹੜੀਆਂ ਜੁਗਤੀਆਂ ਵਿਧੀਆਂ ਦ੍ਰਿੜ ਕਰਾਈਆਂ ਜਾਣੀਆਂ ਹੈ, ਉਹ ਸਾਰੀਆਂ ਜੁਗਤੀਆਂ ਵਿਧੀਆਂ ਇਹ ਮਨ ਬੱਚਾ ਜਿਹੜਾ ਬੇਗਾਨੇ ਦੇਸ਼ ਦੇ ਵਿੱਚ, ਪਰਾਏ ਦੇਸ਼ ਦੇ ਵਿੱਚ, ਪਰਾਏ ਜਿਹੜੇ ਇਹਦੇ ਮਿੱਤਰ ਬਣ ਗਏ ਇੱਥੇ, ਇਹਨਾਂ ਦੇ ਸਾਥ ਗੂੜਾ ਸੰਬੰਧ ਬਣਾਏ ਬੈਠਾ ਹੈ, ਉਹਨਾਂ ਤੋਂ ਬਾਹਰ ਕੱਢਣ ਦਾ ਤਰੀਕਾ ਹੈ। ਕਿਉਂ? ਕਿਉਂਕਿ ਜਿਹੜੇ ਇਹਦੇ ਮਿੱਤਰ ਬਣੇ ਹੋਏ ਹੈ ਨਾ, ਇਹ ਪੰਜੋ, ਇਹ ਦਰ ਤੋਂ ਖੜੇ ਹੋ ਕੇ ਇਹਨੂੰ ਹਰ ਸਮੇਂ ਆਵਾਜ਼ ਮਾਰਦੇ ਰਹਿੰਦੇ, ਇਸ਼ਾਰੇ ਦਿੰਦੇ ਰਹਿੰਦੇ ਇਹਨੂੰ। ਇਹ ਮਰਜ਼ੀ ਚਾਹੇ ਕਿੰਨਾ ਕੰਟਰੋਲ ਕਰਕੇ ਬਹਿ ਜਾਏ, ਇਹਨੂੰ ਪਤਾ ਨਹੀਂ ਲੱਗਦਾ, ਇਹਨੂੰ ਛਿਨ ਮਾਤਰ ਸਮੇਂ ਚਲੇ ਜਾਂਦੇ। ਕਿਉਂ? ਕਿਉਂਕਿ ਉਹਨਾਂ ਨੂੰ ਇਹਦੀ ਕਮਜ਼ੋਰੀਆਂ ਦਾ ਪਤਾ ਹੈ। ਉਹਨਾਂ ਦੇ ਸਾਥ 3.5 ਯੁੱਗ ਤੋਂ ਵੀ ਵੱਧ ਸਮੇਂ ਆ ਰਿਹਾ ਹੈ, ਅੱਜ ਵੀ ਫਿਸਲ ਜਾਂਦਾ ਹੈ ਜੇ ਸੰਗਤ ਦੇ ਵਿੱਚ ਨਾ ਆਵੇ ਤਾਂ। ਉਹਨਾਂ ਨੂੰ ਇਹਦੀ ਕਮਜ਼ੋਰੀਆਂ ਦਾ ਪਤਾ ਹੈ ਕਿ ਇਹਦੀ ਰੁਚੀ ਕਿਸ ਦੇ ਵਿੱਚ ਜ਼ਿਆਦਾ ਹੈ, ਕਿਸ ਸਾਈਡ ਜ਼ਿਆਦਾ ਇਹਨੇ ਸਮਾਂ ਲਾਇਆ ਹੈ। ਤੇ ਜੇ ਇਹਨੂੰ ਹੁਣ ਅਗਰ ਕੋਈ ਪਾਰ ਕਰ ਸਕਦਾ ਹੈ ਤੇ ਮਹਾਰਾਜ ਕਰ ਸਕਦੇ ਹੈ, ਹੋਰ ਕੋਈ ਨਹੀਂ ਕਰ ਸਕਦਾ ਦੁਨੀਆ 'ਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਸਕਦੇ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜੀ ਇੱਕ ਸਭਾ ਬੈਠੀ ਹੈ ਨਾ, ਉਹ ਮਾਲਿਕ ਨੂੰ ਪ੍ਰੇਮ ਕਰਨ ਦਾ ਇੱਕ ਅਥਾਹ ਤੋਂ ਵੀ ਅਥਾਹ ਬੇਅੰਤ ਇੱਕ ਸਾਗਰ ਬੈਠਾ ਹੈ। ਸਾਗਰ, ਮਹਾਸਾਗਰ ਜਿਹਨੂੰ ਕਿਹਾ ਜਾ ਸਕਦਾ ਹੈ, ਅਥਾਹ ਬੇਅੰਤ। 1430 ਅੰਗ ਆਪਾਂ ਅੱਖਰਾਂ ਦੇ ਵਿੱਚੋਂ ਵਿਚਾਰਦੇ ਹਾਂ, ਉਹ ਅੱਖਰ ਨਹੀਂ ਹੈ, ਉਹ ਤਾਂ ਇੱਕ ਐਸਾ ਖਜ਼ਾਨਾ ਹੈ ਜੇ ਕਰਕੇ ਭੇਦ ਵੀ ਦੇ ਦਿਆ। ਕਹਿੰਦੇ ਜੇ ਤੈਨੂੰ ਕਛੂਕ ਕਹਿੰਦੇ ਬਹੁਤ ਘੱਟ ਜਿਹਾ ਵੀ ਕਿਤੇ ਪੱਲੇ ਪੈ ਗਿਆ ਨਾ, ਤੂੰ ਪਾਰ ਲੱਗ ਗਿਆ। इतना अथा खजाना है, लेकिन सिखा की प्रेम करना सिखा रही है। गुरुद्वारे साहब च जाओ, किते भी जाओ, किसी भी जगह जाओ किते भी जाओ, अगर वाकई मालिक तो प्रेम है तो मालिक दी ही उड़ीक लगी रहूगी, मालिक दी उड़ीक लगी रहूगी। सिर्फ सो के उठे ता भी मालिक दी, संज नूं सोए ता भी मालिक दी, हर समय आही अंदर चलता रहूगा कि मेरे ते हुण ये कृपा क्यों नहीं हुई, मेरे अंदर कौन कौन सी कमियां हैं जो मैनू मिलने नहीं आ रहा, वो क्यों नहीं मिलने आ रहा मैनू, वो क्यों नहीं मैनू उत्थे ते वापस ये समझा रही है गुरबाणी गुरु आपां नूं। और जिहड़ा साढ़े पासे दृष्टमान पिया होया है ना गुरमुखो, इत्थे साढ़े जे जीव, साढ़े जे इदां दे बंदे अपने जए इत्थे बहुत सारे खेल के चले गए। ये मन नूं अच्छी पर मन नहीं समझण नूं तैयार। महाराज ने कहा यह भूपत सब दिनस चार के, ये धरती अथे दी अथे ही है, ये सारिया चीजां अथे दियां अथे ही हैं। जी अथे आया, ये धर्मशाला दे विच खेला, वापस चला गया। साढ़े पास गिनती का समय है, गिनती का, गिनती के श्वास है, 1 2 3, पता नहीं उस तो अगे है कि नहीं, एक है अज, ए तो अगला है कि नहीं पता नहीं। इस करके क्या गुरु नानक देव महाराज जी ने, हम आदमी है एकदमी, हाय मैं तो एकदमी, हाँ पता नहीं मैनू तो
ਮੈਨੂੰ ਤਾਂ ਮਿਲਾ ਹੀ ਨਹੀਂ, ਉਹਨੇ ਮਾਲਿਕ ਮੇਰਾ ਕੀ ਬਣੂਗਾ। ਏਦਾਂ ਦੀ ਪ੍ਰੀਤੀ ਸਿਖਾ ਰਹੀ ਹੈ ਗੁਰਬਾਣੀ ਗੁਰੂ। ਮਹੀਨਾ ਦੀ, ਸਾਲ ਦੀ, 2 ਸਾਲ ਦੀ, 3 ਸਾਲ ਦੀ ਬੇਟੀ ਨਹੀਂ ਸਿਖਾ ਰਹੀ ਬੈਠੇ ਰਹੋ। ਉਹ ਕਹਿੰਦੇ ਹੋਕੇ ਮਾਰੋ, ਮਿਲਾ ਨਹੀਂ ਹੁਣੇ। ਉਹਨੂੰ ਕਿਹਾ ਗਿਆ ਬੋਰਾ, ਜਿਹਦੀ ਅੱਖਾਂ ਦੇ ਵਿੱਚ ਤੋਂ ਬਿਨਾਂ ਬੋਲੇ ਅਥਰੂ ਨਿਕਲਣੇ ਸ਼ੁਰੂ ਹੋ ਜਾਵੇ, ਸਮਝ ਲਓ ਪ੍ਰੇਮ ਹੋ ਗਿਆ। ਹਿਰਦੇ ਰੋਗ ਹੈ, ਹਿਰਦੇ ਮਾਲਿਕ ਦੇ ਪ੍ਰੇਮ ਦੇ ਲਈ ਹਿਰਦੇ ਰੋਗ ਹੈ। ਮੇਰਾ ਮਿਲਾਪ ਨਹੀਂ ਹੋਇਆ, ਕਿਨੇ ਕਿਸ ਪੈ ਖੋਲੂ ਗੰਠੜੀ, ਦੁਖੀ ਪਰੇ ਆਇਆ, ਮਨ ਪਰਦੇਸੀ ਚੇਤੀਆ, ਸਭ ਦੇਸ ਪਰਾਇਆ। ਉਹ ਭਗਤ ਕਬੀਰ ਜੀ ਦੇਖੋ, ਹਾਏ ਮੈਂ ਕਿਸ ਪੇ ਆਪਣੀ ਸਾਰੀ ਵਿਚਾਰ ਕਹਿਵਾਂ, ਮੇਰੇ ਕੋਈ ਇੱਥੇ ਸੁਣਨ ਵਾਲਾ ਨਹੀਂ ਹੈ, ਮੈਨੂੰ ਕੌਣ ਤੇਥੋਂ ਮਿਲਾਊਗਾ, ਮੇਰਾ ਮਿਲਾਪ ਤੇ ਤੋਂ ਕਿੱਦਾਂ ਹੋਊਗਾ। ਇਹ ਤਾਂ ਪ੍ਰੇਮ ਦੀ ਵੱਖਰੀ ਗੱਲ ਹੈ। पूरा दिन निकल गया सिमरन करते करते, रात भी निकल गई, सुबेर हो गया, इक्की उड़ीक। मैं हुणे मालिक दे नेड़े नहीं होया, मेरे किद्दां दे कर्म है। हो गया ना मन नीवा। यही तो महाराज आपां नूं कह रहे, नीवे हो जाओ, प्रेम दे विचों नीवा हो जाऊगा, प्रेम दे विचों दुनियादारी नूं छड्ड दूगा। ਅਸੀਂ ਕਹਿੰਦੇ ਇੰਨੇ ਪਾਠ ਕਰ ਲਵਾਂ, ਪਾਠ ਕਰਨ ਦੇ ਵਿੱਚ ਕੀ ਸਿਖਾ ਰਹੇ ਸਾਨੂੰ? ਪਾਠ ਕਰਨ ਦੇ ਵਿੱਚ ਜਿਹੜਾ ਮਨ ਢੀਠ ਹੋ ਗਿਆ, ਇਹਨੂੰ ਸਮਝਾ ਰਹੇ ਹੈ ਤੇਰੀ ਮਾਲਿਕ ਦੇ ਨਾਲ ਪ੍ਰੀਤੀ ਟੁੱਟ ਗਈ, ਤੂੰ ਕੱਟੜ ਹੋ ਗਿਆ, ਤੈਨੂੰ ਤਰਸ ਨਹੀਂ ਆਂਦਾ, ਤੈਨੂੰ ਜਤ ਸਤ ਦਿਆ ਨਿਮਰਤਾ ਨਹੀਂ ਹੈ, ਤੂੰ ਬੰਦਾ ਨਹੀਂ ਰਿਹਾ, ਤੂੰ ਮਾਨੁਖ ਨਹੀਂ ਰਿਹਾ, ਤੂੰ ਦੇਵਤਾ ਨਹੀਂ ਰਿਹਾ, तू संत नहीं रहा, साधु नहीं रहा, गुरमुख नहीं रहा, ब्रह्म ज्ञानी नहीं रहा, तू कौन बन गया? कहने तू तो कलयुग के समय दे विच प्रेत बन गया। ये समझा रहे बैठा के महाराज, कहने तू ऐदा ऐदा कर, तू बंदा बन जा। तेनू किसी दे नाल बैर विरोध ईर्ष्या दुविधा नफरत निंदा चुगली करने की फुर्सत क्यों मिल गई? जे तेनू मिलाप का चाव है तो तू तो हर जगह बैठ के यही सोचेगा ना, अपने आप को मेहमान जानना। मेहमान गुरबाणी गुरु कहते जो अपने आप को इस दुनिया च मेहमान जानूगा ना, वो जिंदगी साल महीना दे विच नहीं जीऊगा ना। वो रोज मालिक ने इत्थे भेज दिया, ठीक है, जिन्ने समय हो सकता है कि दिन के अद्धे समय ही मालिक बुला ले, हो सकता है 1 घंटे बाद ही बुला ले, हो सकता है 2 मिनट बाद ही भेजने के बाद बुला ले, हो सकता है 1 श्वास देकर वापस बुला ले। महाराज ने देखिए इतनी खेल है बस। ये सुन दे विच ते भेजा बॉडी दे विचों, साल महीना दे लई नहीं भेजा। इस साल महीना की जिहड़ी चिपुल बनाई है ना, अंदर माइंड दे विच जो पा ली, ये काल ने पा दी, ये मन बच्चे ने नाल रिकॉर्ड करके आप पाई आ, वो नाल अंदर चल पैंदी है। जिद्दां ही अंदर अंदर आंदा ना, अंदर वो प्ले हो जाती है, वो चल पैंदी है। अगले साल आ करूँगा, तेरा तो आ भी नहीं होया, वो भी नहीं होया, वो ठीक है, सिमरन कर लेना चाहिए है, पर थोड़ा जा अदर भी देखो, आ कर ले, वो कर ले। ये सारा कुछ गुरबाणी गुरु च कलमबंद है। इस करके तो लिखा कि नानक चिंता मत करो। आ लिखन की की लोड़ थी? देखा संसार दे विचों कि चिंता च डुब गया, रजोगुणी दे विच चला गया मन बच्चा, ते आसा विलासा तृष्णावां इच्छावां चिंतावां दे विच खुब गया, चिंता करी जाता है, चिंतन भुल गया। ते उन्होंने ज्ञान दिया कि नानक चिंता मत करो, चिंता किस ही है, जल में जंतु पायन तिसै भी रोजी दे। कि चिंता तो उन्होंने दे दो, कि उत्थे तो कि जो पानी के विचों भी जी रह रहे ना, उत्थे कोई हटावा नहीं लगदियां,
ਉਹਨਾਂ ਦੇ ਲਈ ਵੀ ਰਿਜ਼ਕ ਭੇਜਦਾ ਹੈ। ਬਸ ਮਾइंड ਦੀ ਇੱਕ ਭੁੱਲ ਹੈ ਜਾਂ ਮਨ ਬੱਚੇ ਦੀ ਡਿਸਟਰਬੈਂਸ ਹੈ ਕਿ ਮੇਰਾ ਕੀ ਬਣੂਗਾ। ਔਰ ਆਹੀ ਇਹਦਾ ਸਭ ਤੋਂ ਵੱਡਾ ਦੁੱਖ ਹੈ। ਮੈਨੂੰ ਕੋਈ ਗਿਆਨ ਨਹੀਂ, ਇਹ ਸੋਚਣਾ ਮੈਨੂੰ ਕੋਈ ਗਿਆਨ ਨਹੀਂ, ਮੈਂ ਕੋਈ ਸਿਆਣਾ ਨਹੀਂ, ਮੈਂ ਕੁਛ ਨਹੀਂ, ਮੈਂ ਕੌਣ ਹਾਂ। ਮੈਂ ਸਭ ਤੋਂ ਸਾਰੇ ਸੰਸਾਰ, ਸਭ ਤੋਂ ਨਿਵਾਣਾ, ਸਭ ਤੋਂ ਪਪੀ, ਸਭ ਤੋਂ ਤੇਰੇ ਚਰਨਾਂ ਦੀ ਧੂਲ ਵੀ ਮੈਂ ਬਣ ਜਾਵਾਂ, ਬਈ ਬਹੁਤ ਹੈ ਬਸ। ਭਗਤ ਕਬੀਰ ਜੀ ਨੇ ਕਿਹਾ ਨਾ ਕਿ ਹਰ ਦਾ ਜਨ ਅਗਰ ਧੂਲ ਵਾਂਗੂ ਵੀ ਹੋਵੇ, ਫਿਰ ਉਹਨਾਂ ਨੇ ਕਿਹਾ ਨਾ 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 ਨਾ, ਧੂਲ ਵਾਂਗੂ ਵੀ ਨਾ ਹੋਵੇ। ਧੂਲ ਨੂੰ ਵੀ ਮਾਨ ਅਪਮਾਨ ਦਾ ਨਹੀਂ ਪਤਾ। ਪਾਣੀ ਜਿਹਾ ਕਹਿੰਦੇ ਨਾ, ਧੁੱਪ ਪੈ ਕੇ ਤੱਤਾ ਹੋ ਜਾਂਦਾ, ਗਰਮ ਹੋ ਜਾਂਦਾ। ਕਹਿੰਦੀ ਕਿੱਦਾਂ ਦਾ ਹੋਵੇ, ਕਹਿੰਦੇ ਹਰ ਜਨ ਹਰ ਜੈਸਾ ਹੀ ਹੋਵੇ। ਤੇ ਹਰ ਦਾ ਜਨ ਹਰ ਜੈਸਾ ਕਿੱਦਾਂ ਹੋਊਗਾ, ਤੇ ਗੁਰਬਾਣੀ ਗੁਰੂ ਸਾਹਿਬ ਮਹਾਰਾਜ ਕਹ ਰਹੇ ਨਿਰਵੈਰ ਹੈ ਉਹ ਤਾਂ। ਇਸ ਕਰਕੇ ਕਹਿ ਗਿਆ ਗੁਣਾਂ ਦਾ ਚੇਤਾ ਕਰ ਲੈ, ਨਿਰਵੈਰਤਾ ਚ ਆ ਜਾ, ਪਰਵਾਹ ਕਰਨੀ ਛੱਡ ਦੇ, ਚਿੰਤਾ ਕਰਨੀ ਛੱਡ ਦੇ, ਆਪਣੇ ਆਪ ਨੂੰ ਮਹਿਮਾਨ ਜਾਣ। ਬਸ ਇਹ ਖੇਲ ਨੂੰ ਖੇਲ ਸਮਝ। ਆਪਣੇ ਆਪ ਨੂੰ ਇਹੋ ਜਿਹਾ ਵਿਆਪਾਰੀ ਬਣਾ ਲੈਣਾ ਜੋ ਮਹਾਰਾਜ ਕਹਿੰਦੇ ਹਰ ਕੇ ਨਾਮ ਕੇ ਵਿਆਪਾਰੀ। ਹੀਰਾ हाथ चढ़िया निर्मोलक, छूट गई संसारी। हीरा मिल जूगा ना, रतन मिल जूगा ਆਪਾਂ ਨੂੰ। नाम रतन है, ਜਦੋਂ वो ਸਾਨੂੰ ਮਿਲ ਜੂਗਾ ਸੰਸਾਰ ਛੁੱਟ ਜੂਗਾ। ਪੌਣ ਪਾਣੀ ਅਗਨ ਵਿਸਰਾਓ, ਤਹਿ ਨਿਰੰਜਨ ਸਾਚਾ ਨਾਉ। ਬੜੀ ਟੂੰਗੀ ਆ ਗੁਰਬਾਣੀ ਗੁਰੂ। ਆਪਾਂ ਵਿਆਪਾਰੀ ਬਣ ਜਾਣਾ ਫਿਰ ਕਾਦੇ ਨਾਮ ਦੇ। ਜਿਹੜੀਆਂ ਇਹ ਅੱਖਾਂ, ਜਿਹੜੇ ਇਹ ਨੇਤਰ, ਇਹ ਕਾਲ ਦਾ ਸੰਗ ਕਰਦਿਆਂ ਇੰਨੇ ਵੱਡੇ ਖੁੱਲਦੇ ਹੈ। ਕਹਿੰਦੇ ਫਿਰ ਇਹਨਾਂ ਦੇ ਵਿੱਚ ਮਾਲਿਕ ਦੀ ਸੇਜ ਲੱਗ ਜਾਊਗੀ, ਫਿਰ ਇਹ ਬੜੇ ਨੀਵੇਂ ਰਹਿ ਕਰੇਂਗੇ ਤੇ ਸਾਰਿਆਂ ਨੂੰ ਪ੍ਰੇਮ ਕਰਿਆ ਕਰੇਂਗੇ, ਕਿਉਂ ਇਹਦੇ ਵਿੱਚ ਮਨ ਬੱਚਾ ਬੈਠਾ ਹੈ। ਫਿਰ ਉਹ ਪ੍ਰੇਮ ਕਰਿਆ ਕਰੂਗਾ, ਸਾਰਿਆਂ ਨੂੰ ਮਾਨ ਦਿਆ ਕਰੂਗਾ। ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਬਿਨ ਗੋਬਿੰਦ ਨਾ ਦਿਸੈ ਕੋਈ। ਕਹਿੰਦੇ ਦਰਖਤਾਂ ਚੋਂ, ਘਟ ਘਟ ਦੇ ਵਿੱਚੋਂ, ਹਰ ਦੇ ਵਿੱਚ ਘਟ ਘਟ ਅੰਤਰ, ਸਰਬ ਨਿਰੰਤਰ, ਹਰ ਏਕੋ ਪੁਰਖ ਸੋ। ਸਾਰਿਆਂ ਦੇ ਵਿੱਚ ਇਹ ਤਾਂ ਇੱਕ ਪੁਤਲੇ ਫਿਰਦੇ ਹੈ, ਵਿੱਚ ਆਪ ਹੀ ਖੇਲ ਰਿਹਾ ਹੈ। ਉਹ ਆਪ ਹੀ ਖੇਲ ਰਿਹਾ ਹੈ। ਦੇਖੋ ਮਹਾਰਾਜ ਨੇ ਆਪਾਂ ਨੂੰ ਇਤਨਾ ਕਿਹਾ ਹੈ, ਅਸੀਂ ਆਪਣਾ ਰੋਲ ਖਤਮ ਕਰਨਾ ਹੈ। ਮੈਂ ਨਹੀਂ ਕੁਛ ਕਰਦਾ। ਕਿੱਦਾਂ? ਮੂਰਖਤਾ ਦੀ ਨਿਆਈ ਨਹੀਂ, ਹਉਮੈ ਨੂੰ ਤੋੜ ਕੇ। ਹਉਮੈ ਦੇ ਵਿੱਚ ਜੀਵ ਆਪ ਕਰਦਾ ਹੈ, ਭਗਤੀ ਵੀ ਆਪ ਕਰਦਾ ਹੈ, ਗਿਆਨ ਵੀ ਆਪ ਇਕੱਠਾ ਕਰਦਾ ਹੈ, ਗੁਰਮੰਤਰ ਵੀ ਆਪ ਕਰਦਾ ਹੈ, ਸੰਗਤ ਵੀ ਉਹ ਆਪ ਕਰਦਾ ਹੈ। ਲੇਕਿਨ ਗੁਰਬਾਣੀ ਗੁਰੂ ਔਰ ਮਹਾਰਾਜ ਤਾਂ ਬਿਲਕੁਲ ਉਲਟਾ ਕਹਿੰਦੇ, ਕਹਿੰਦੇ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ, ਹਰ ਗੁਣ ਸਦੀ ਆਖ ਵਿਖਾਣੇ। ਉਹਦੇ ਵਿੱਚ ਤਾਂ ਸਾਰਾ ਕੁਝ ਮਾਲਿਕ ਕਰ ਰਿਹਾ ਹੈ, ਜੋ ਮਹਾਰਾਜ ਕਹਿ ਰਿਹਾ ਉਹਦੇ ਵਿੱਚ ਸਾਰਾ ਮਾਲਿਕ ਕਰ ਰਿਹਾ ਹੈ। ਇਸ ਕਰਕੇ ਸਾਨੂੰ ਕੀ ਕਿਹਾ ਗਿਆ? ਸਾਨੂੰ ਕਿਹਾ ਗਿਆ ਸਾਨੇ ਆਪਣਾ ਰੋਲ ਖਤਮ ਕਰਨਾ ਹੈ ਅੰਦਰ ਤੋਂ। ਮੈਂ ਪਰਵਾਹ ਕਿਉਂ ਕਰਾਂ जब मैं हाँ ही नहीं था। जे मैं हाँ तो मैं परवाह करूंगा। ਇਹਦਾ ਮਤਲਬ ਮੈਂ ਹਾਂ, ਜੇ ਮੈਨੂੰ ਪਰਵਾਹ ਹੁੰਦੀ ਹੈ ਨਾ, ਇਹਦਾ ਮਤਲਬ ਮੈਂ ਦੁਨੀਆ 'ਚ ਮੌਜੂਦ ਹਾਂ। ਗੁਰਬਾਣੀ ਗੁਰੂ ਜਿਹੜੀ ਚੌਥੀ ਪਦੀ ਕਲਮਬੰਦ ਹੈ ਨਾ, ਉਹਦੇ ਵਿੱਚ ਸੁੱਖ ਵੀ ਨਹੀਂ, ਉਹਦੇ ਵਿੱਚ ਦੁੱਖ ਵੀ ਨਹੀਂ, ਉਹਦੇ ਵਿੱਚ ਮਾਨ ਵੀ ਨਹੀਂ, ਅਪਮਾਨ ਵੀ ਨਹੀਂ, ਉੱਚਾ ਵੀ ਨਹੀਂ, ਨੀਵਾਂ ਵੀ ਨਹੀਂ। ਉਹਦੇ ਵਿੱਚ ਕੀ ਆ? ਸਮ, ਇਕੁਅਲ ਹੈ। ਪਾਪ ਪੁੰਨ ਦੁਈ ਏਕ ਸਮਾਨ। ਹੁਕਮ ਦੇ ਵਿੱਚੋਂ ਕਹਿ ਰਿਹਾ, ਹੁਕਮ ਦੇ ਵਿੱਚ ਤਾਂ ਪਾਪ ਪੁੰਨ ਇੱਕ ਸਮਾਨ ਹੈ। ਕਿਉਂ? ਮਾਲਿਕ ਦੇ ਹੁਕਮ ਦੇ ਵਿੱਚ ਜੋ ਵੀ ਉਪਜ ਰਿਹਾ ਹੈ, ਜੋ ਵੀ ਨਿਪਜ ਰਿਹਾ ਹੈ, ਉਹ ਮਾਲਿਕ ਦੀ ਖੇਤੀ ਆ। ਚਾਹੇ ਕੱਚੀ ਵੰਡ ਲਵੇ, ਚਾਹੇ ਪਕਾ ਕੇ ਉਹਨੂੰ ਕਰ ਲਵੇ, ਉਹਦੀ ਇੱਛਾ ਰਹੇਗੀ। ਇਸ ਕਰਕੇ ਇਤਨੀ ਬਰੀਕੀ ਚ ਗੁਰਬਾਣੀ ਸਮਝਾ ਰਹੀ ਹੈ, ਇਤਨੀ ਡੁਬਾਈ ਚ ਜਾਣ ਦੀ ਲੋੜ ਹੈ। ਜੇ ਬਿਨਸ ਗਿਆ ਤਾਂ ਦੁੱਖ ਕਾਹਦਾ?
ਜੇ ਪਰਿਵਾਰ ਦੇ ਵਿੱਚੋਂ ਕੋਈ ਚੜਾਈ ਕਰ ਗਿਆ ਤੇ ਮਹਾਰਾਜ ਕਹਿੰਦੇ ਇਤਨੀ ਡੂੰਘਾਈ 'ਚ ਜਾ ਕੇ ਦੇਖ ਕਿ ਕੋਈ ਕਿਤੇ ਗਿਆ ਹੀ ਨਹੀਂ, ਤੇਰੀ ਸੁਰਤ ਨੂੰ ਭੁਲੇਖਾ ਪੈ ਗਿਆ। ਮੈਂ ਹੀ ਖੇਡ ਰਿਹਾ ਹਾਂ, ਮੇਰੇ ਵਿੱਚ ਤੋਂ ਹੀ ਨਿਕਲੀਆਂ ਹੋਈਆਂ ਜੋਤਾਂ ਹੈ, ਮੇਰੇ ਆਪ ਦੀ ਖੇਡ ਹੈ। ਮੈਂ ਮਰਜ਼ੀ ਚਾਹੇ ਜਿੱਦਾਂ ਚਲਾਵਾਂ, ਜੋ ਤੇ ਸੁਭਾਵ ਹੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਚਾਹੀਏ। ਇਸ ਕਰਕੇ ਕਿਹਾ ਗਿਆ, ਕਹਿੰਦੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਾਉ ਸਭ ਗਵਾਸੀ। ਕਹਿੰਦੇ ਜਿਨ੍ਹਾਂ ਨੇ ਧਿਆ ਲਿਆ ਨਿਰਭਉ ਨੂੰ, ਉਹ ਤਾਂ ਨਿਰਭਉ ਹੋ ਗਏ, ਉਹਨਾਂ ਨੂੰ ਮਾਲਿਕ ਨੇ ਭੇਦ ਦੇ ਦਿਆ। ਕੋਈ ਕਿਤੇ ਨਹੀਂ ਆ ਜਾ ਰਿਹਾ, ਇਹ ਤੇ ਇੱਕ ਖੇਡ ਚੱਲ ਰਿਹਾ। ਅੱਜ ਕੋਈ ਆ ਰਿਹਾ, ਕੱਲ ਨੂੰ ਕੋਈ ਜਾ ਰਿਹਾ, ਕੱਲ ਨੂੰ ਕੋਈ ਆ ਰਿਹਾ, ਪਰਸੋਂ ਨੂੰ ਕੋਈ ਜਾ ਰਿਹਾ। ਇਹ ਤੇ ਖੇਲ ਚੱਲ ਰਿਹਾ ਸੀ। ਕਹਿੰਦੇ ਬੱਚਿਆਂ ਨੂੰ ਕੌਣ ਸੰਭੂਗਾ, ਬੱਚਿਆਂ ਨੂੰ ਇੰਨੀ ਵੱਡੀ ਚੀਜ਼ ਬਣਾਏਂਗੇ, ਅੱਦਾਂ ਦਾ ਕरेंगे, वो करेंगे, ਯਾ करेंगे। ਉਹ ਕਹਿੰਦੇ ਇਹ ਤੇਰੀ ਮੱਤ ਤੇ ਫਰਕ ਪੈ ਗਿਆ, ਤੂੰ ਮਾਲਿਕ ਦੇ ਕੰਮ ਕਾਜਾਂ ਦੇ ਵਿੱਚ ਇੰਟਰਫੇਅਰ ਕਰਨ ਲਗਾ ਤੇ ਤੂੰ ਦੁਖੀ ਹੈ। ਤੂੰ ਆਨੰਦ ਚ ਰਹਿ ਨਾ, ਤੈਨੂੰ ਜਿਹੜਾ ਕਰਮ ਦਿੱਤਾ ਜਾਂਦਾ ਉਹ ਕਰ ਲੈ, ਮਾਈਂਡ ਲਾਉਣ ਦੀ ਲੋੜ ਨਹੀਂ। ਕੀ ਕਰ, ਕਹਿੰਦੇ ਤੂੰ ਮਾਲਿਕ ਨੂੰ ਪ੍ਰੇਮ ਕਰ, ਤੈਨੂੰ 3.5 ਯੁੱਗ ਤੇ ਵੱਧ ਸਮਾਂ ਲੰਘ ਗਿਆ, ਤੂੰ ਘਰ ਨਹੀਂ ਗਿਆ। ਆਪਾਂ ਯਾ ਸੋਚੋ ਗਹਿਰਾਈ ਨਾਲ, ਜਿਹੜਾ ਰਸਨਾ ਤੋਂ ਬੋਲ ਨਹੀਂ ਸਕਦੇ, ਕੁਛ ਨਹੀਂ ਕਹਿ ਸਕਦੇ, ਜਿਹੜੇ ਇੱਥੇ ਤੱਕ ਕਿ ਮਹਾਰਾਜ ਨੇ ਤਾਂ ਇਤਨੀ ਡੂੰਘੀ ਉਦਾਹਰਣ ਦੀ ਆ ਕਿ ਜਿਹੜੇ ਪੱਥਰਾਂ ਦੇ ਵਿੱਚ ਬੈਠੇ ਹੈ ਉਹਨਾਂ ਨੂੰ ਵੀ ਰਿਜਕ ਦੇ ਰਿਹਾ। ਜਿਹੜੇ ਬੋਲ ਨਹੀਂ ਸਕਦੇ, ਜਿਹੜੇ ਪਸ਼ੂ ਹੈ, ਜਿਹੜੇ ਇਹ ਹੈ, ਕਹਿੰਦੇ ਇਹਨਾਂ ਦੀ ਬਿਨਾਂ ਬੋਲੇ ਸਾਰੀ ਤਕਲੀਫਾਂ, ਸਾਰਾ ਕੁਛ ਅਵੇਲੇਬਲ ਇਹਨਾਂ ਨੂੰ ਕਰਾ ਰਿਹਾ। ਕਹਿੰਦੇ ਤੈਨੂੰ ਨਹੀਂ ਕਰਾਊਗਾ। ਤੇਰੇ ਅੰਦਰ ਇੱਕ ਬੇਸਬਰੀ ਆ ਗਈ, ਬੇਸਬਰੀ, ਜਿਹਦੇ ਕਰਕੇ ਕਿ ਤੇਰਾ ਕੋਈ ਇਲਾਜ ਨਹੀਂ ਦੁਨੀਆ 'ਚ। हाँ, अगर कोई इलाज है तो वो नाम है। सर्व दुखा का अगर नाश करने वाला है तो वो नाम है, सिर्फ नाम। ये बेसबरी का इलाज तेरा किते नहीं होने वाला दुनिया च, भावें किते भी घूमी जा, किते भी मत्थे मारी जा, तेनों किसी ने ठीक नहीं करना। किन्ने ही पैसे टेचियां दी टेचियां बैंक दे बैंक बैलेंस लुटा दे, नो मालिक तो अलावा तेनों ਕੋਈ ਤੈਨੂੰ ਆਨੰਦ ਨਹੀਂ ਦੇ ਸਕਦਾ। ਇਹੀ ਤਾਂ ਸਾਨੂੰ ਗੁਰਬਾਣੀ ਗੁਰੂ ਚ ਕਹਿ ਰਹੇ, ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਦੇ। ਭਾਵੇਂ ਆਪਾਂ ਕਿਤੇ ਵੀ ਬੈਠੇ हैं, ਅੱਜ किसी भी ਥਾਂ ਤੋਂ बैठे हैं, वाहिगुरु ਅਸੀਂ रोल प्ले कर रहे हैं, साढ़े पास बहुत कम वक्त रह गया है। जितना भी रह गया है वो कम है, मालिक ਦੀ भगती ਦੇ ਲਈ वो कम है। ਜੇ ਅਸੀਂ ਸਵਾਸਾਂ ਖਤਮ ਹੋਣ ਤੋਂ ਪਹਿਲਾਂ ਜਾਗ ਗਏ ਤੇ ਸੋਚੋ ਕਿ ਸਾਡੇ ਬਹੁਤ ਉੱਚੇ ਭਾਗ ਹੋਣਗੇ। ਜੇ ਆਪਾਂ ਬਾਜੀ ਹਾਰ ਗਏ ਤੇ ਗੁਰਬਾਣੀ ਗੁਰੂ ਜੀ ਕਹਿ ਰਹੇ ਕਿ ਨਹੀਂ, ਉਹ ਤਾਂ ਆਏ, ਇਹ ਮਾਨੁਖ ਦੇਹੀ ਦੇ ਵਿੱਚ ਆਏ ਬੇਆਏ, ਕਹਿੰਦੇ ਉਹ ਤਾਂ ਖੁਆਰ ਹੈ, ਖੁਆਰ। ਕਹਿੰਦੇ ਜਿਸ ਹਿਰਦੇ ਦੇ ਵਿੱਚ ਮਾਲਿਕ ਦੀ ਪ੍ਰੀਤੀ ਨਹੀਂ ਹੈ, ਕਹਿੰਦੇ ਅਤ ਕੁਲੀਨ ਚਤੁਰਮੁਖ ਗਿਆਨੀ, ਇਹ ਸ਼ਬਦ ਹੈ ਗੁਰਬਾਣੀ ਗੁਰੂ ਦੇ ਵਿੱਚ। ਫਿਰ ਅੱਗੇ ਕਹਿ ਰਹੇ ਮ੍ਰਿਤਕ ਕਹੀਏ, ਇਹ ਸ਼ਬਦ ਸਾਨੂੰ ਵਿੱਚ ਦੇ ਵਿੱਚ ਵਿਸਰ ਰਹੀ ਹੈ। ਕਹਿੰਦੇ ਅੱਗੇ ਕਹਿ ਰਹੇ ਕਿ ਕਹਿੰਦੇ ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਚਾਹੇ वो कितने ऊंचे कुल ਦਾ ਹੋ, कितना ही सुंदर हो, कितना ही धनवान हो, ਕਹਿੰਦੇ ਜੇ ਉਹਦੇ ਹਿਰਦੇ 'ਚ ਮਾਲਿਕ ਦੇ ਲਈ ਪ੍ਰੇਮ ਨਹੀਂ ਹੈ ਨਾ, ਤੇ ਗੁਰਬਾਣੀ ਗੁਰੂ ਚ ਮਹਾਰਾਜ ਕਹਿੰਦੇ ਉਹਨੂੰ ਮ੍ਰਿਤਕ ਕਹੋ, ਮ੍ਰਿਤਕ, ਮਰਾ ਹੁਆ ਹੈ ਉਹ। ਉਹਦਾ ਸੰਸਾਰ ਦੇ ਵਿੱਚ ਆਣਾ, ਉਹਦਾ ਸੰਸਾਰ ਦੇ ਵਿੱਚ ਨਾ ਆਣਾ ਇੱਕ ਬਰਾਬਰ ਹੀ ਆ। ਉਹ ਬਿਸਤਾ ਦਾ ਕੀੜਾ ਹੈ, ਗੰਦਗੀ ਦਾ, ਉਹ ਸਾਕਤ ਹੈ, ਉਹ ਮਨਮੁਖ ਹੈ। और महाराज की कह रहे जिनके पल्ले धन बसै तिनका नाओ फकीर। देखो दृष्टमान माया कितनी हो सकती है साढ़े पास आइडिया। महाराज कह रहे 4 कुंटा ਦੇ ਵਿੱਚ ਉਹਦੀ ਉਸਤਤ ਕਰਾ ਦਿੰਦਾ। ਜਲ ਥਲ ਮਹੀਲ ਦੇ ਵਿੱਚ ਜੋ ਰਵ ਰਿਹਾ ਹੈ ਆਪ, ਜਿਹਦੇ ਹਿਰਦੇ 'ਚ ਉਹ ਵਸਦਾ ਹੋਵੇ ਤੇ ਉਹਨੂੰ ਤਾਂ ਹਲੀਮੀ ਰਾਜ ਦਿੰਦਾ। ਉਹ ਹਲੀਮੀ, ਇਹ ਛੋਟਾ ਮੋਟਾ ਰਾਜ ਨਹੀਂ, ਇੱਕ ਸਟੇਟ ਦਾ, 2 ਸਟੇਟ ਦਾ, ਇੱਕ ਕੰਟਰੀ ਦਾ, 2 ਕੰਟਰੀ ਦਾ, 1000 ਕੰਟਰੀਆਂ ਦਾ, ਕਿਤਨੀ ਆਈਡੀਆ ਇੱਕ ਨੋਰਮਲੀ ਆਪਾਂ ਕਹਿ ਰਹੇ ਹੈ ਨਾ, ਕਿੰਨਾ ਤਾਂ ਬਹੁਤ ਕਮ ਹੈ। ਉਹ ਤਾਂ
ਮਾਲਿਕ ਦੇ ਖਜ਼ਾਨੇ ਦੇ ਸਾਹਮਣੇ ਤੇ ਜਾਂ ਮਾਈਨਸ ਪੁਆਇੰਟਾਂ ਦੇ ਵਿੱਚ ਵੀ ਨਹੀਂ ਹੈ ਨਾ। ਕਿ महाराज ने समझाया की कह रहे कहने जिनके पल्ले धन वसै। देखो धन जिन्हां दे कोल सुख सहूलत है उन्हां दे लिए गुरबाणी चोट मारन वाला शब्द नहीं है, ये तो मालिक दी प्रेम दी विचार है वाहिगुरु। ਉਹ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਸਾਨੂੰ ਦ੍ਰਿਸ਼ਮਾਨ ਸੁੱਖ ਸਹੂਲਤਾਂ ਮਾਲਿਕ ਨੇ ਦਿੱਤੀਆਂ ਹੋਈਆਂ ਤੇ ਸਾਡੇ ਲਈ ਮਾੜੇ ਭਾਗ ਨਹੀਂ, ਇਹ ਤਾਂ ਸਾਡੇ ਲਈ ਪੂਰਵ ਜਨਮਾਂ ਦੇ ਚੰਗੇ ਭਾਗ ਹੈ। ਠੀਕ ਹੈ, ਮਾਲਿਕ ਨੇ ਸਾਨੂੰ ਦ੍ਰਿਸ਼ਮਾਨ ਵੀ ਸਾਰਾ ਕੁਝ ਸੁੱਖ ਸਹੂਲਤ ਦਾ ਦਿੱਤਾ ਹੋਇਆ ਹੈ। ਇਹਦਾ ਮਤਲਬ ਮਾਲਿਕ ਸਾਡੇ ਚਾਹੁੰਦਾ ਸੀ ਔਰ ਜ਼ਿਆਦਾ ਭਗਤੀ ਕਰੇ, ਇਹਦਾ ਮੀਨਿੰਗ ਆ ਹੈ। जिनके पल्ले धन वसै तिनका नाम फकीर, जिनके पल्ले हर वसै हर। सोचो जेड़ा बेअंत है, जेड़ा जिहदा अज तक अंत नहीं किसी ने पाया। गुरु नानक देव महाराज जी कह रहे कि ਉਹਦੇ ਪਰਿਵਾਰ ਦਾ ਅੰਤ ਨਹੀਂ ਪਾਇਆ, ਉਹਦਾ ਤਾਂ ਕੀ ਅੰਤ ਪਾਣਾ, ਉਹਦੇ ਪਰਿਵਾਰ ਦਾ ਵੀ ਅੰਤ ਨਹੀਂ ਪਾਇਆ। ਜਿਹੜੀ ਉਹਦੀ ਸ੍ਰਿਸ਼ਟੀ ਸਾਜੀ ਹੋਈ ਹੈ ਨਾ, ਇਹਦਾ ਵੀ ਅੰਤ ਨਹੀਂ ਕਿਸੇ ਨੇ ਪਾਇਆ ਤੇ ਉਹਦਾ ਅੰਤ ਤਾਂ ਕੋਈ ਕੀ ਪਾਊਗਾ। ਤੇ ਕਹਿ ਰਹੇ ਕਿ ਜਿਹਦੇ ਹਿਰਦੇ 'ਚ ਉਹ ਵਸਦਾ ਹੋਵੇ ਤੇ ਉਹ ਕੌਣ ਹੋਊਗਾ। आगे कह रहे हैं कि जिनके पल्ले धन वसै तिनका नाम फकीर, जिनके पल्ले हर वसै से नरगुड़ी कहीर। इन्हीं गुणा दे सागर है वो, सागर राजे हैं वो मन बच्चे राजे हैं। क्यों? क्योंकि मालिक महाराजा है ना, कि राजे ने के राजा महाराजा तुम हो। कौन है? ऐसो राज छोड़ और दूजा कौन त्याई। मालिक तो महाराजा है और मालिक दा बच्चा जिहड़ा मालिक दे हुक्म च आ गया वो राजा है। देखो ये गुरबाणी गुरु च आपां नूं समझा रहे, मन बच्चे नूं ज्ञान दे रहे। जिहड़े राजे दा राज चलदा हो, महाराजे दा महाराज। आपां नॉर्मल दे विच दुनिया दे विच ज्ञान ना हुंदे होया कह दिंदे हैं आम जीव नूं महाराज आ गए। महाराज पता किन्नू कहा? महाराज जिहदा राज महा हो चलदा ही रहे, वो तो साड़ा मालिक हो सकता है, उस तो इलावा नहीं कोई हो सकता। ते अगे की कह रहे हैं कि जिस महाराजा दा राज हमेशा आद ते अंत तक हमेशा ही चलता रहूगा और चल भी रहा है ना। समझा ना? आद सच जुगाद सच है भी सच, नानक होसी भी सच। आद ते अंत तक जिहदा राज चलदा हो जी, ते ओहदा जिहड़ा पुੱਤ हो और लायक पुੱਤ हो ते मालिक की करदा ਉਹਨੂੰ। जे महाराजा हो कि वो अपने पुੱਤ ਨੂੰ की दूगा? खजाना दूगा, खजाना। जो ਤੁਹਾਨੂੰ लगूगा ना कि ये सारे काम काज हुक्म दे विचों करदा है ते प्रजा सारी सुखी है। ये साड़ी देही दे विच प्रजा है ना, ये मन राजा है, ਇਹਦੇ ਵਿੱਚ ਪ੍ਰਜਾ ਹੈ। ਰੋਮਾ ਰੋਮਾ ਦੇ ਵਿੱਚ ਇਹਨਾਂ ਦੇ ਵਿੱਚ ਪ੍ਰਜਾ ਵਸਦੀ ਹੈ। ਜੇ ਇਹਨਾਂ ਨੂੰ ਤੰਗ ਕਰਦਾ ਤੇ ਮਾਲਿਕ ਕੀ ਕਹਿੰਦਾ? ਪ੍ਰਜਾ ਦੁਖੀ ਹੈ ਸਾਰੀ। ਉਹ ਮਾਲਿਕ ਨੂੰ ਬੇਨਤੀਆਂ ਪਾਉਂਦੀ ਆ ਵੀ ਇਹ ਤਾਂ ਇਹਨੇ ਤਾਂ ਸਾਰਿਆਂ ਨੂੰ ਸਾਨੂੰ ਦੁਖੀ ਕਰ ਰੱਖਾ। ਇਸ ਕਰਕੇ ਤਾਂ ਇਹਨੂੰ ਅਗਨ ਦੇ ਵਿੱਚ ਸਾੜਿਆ ਜਾਂਦਾ ਹੈ, ਇਹਨੂੰ ਸਜ਼ਾ ਮਿਲਦੀ ਹੈ ਮਾਲਿਕ ਦੇ ਵੱਲੋਂ, ਇਹਨੂੰ ਅੰਮ੍ਰਿਤ ਰਸ ਨਹੀਂ ਮਿਲਦਾ। ਇਹ ਪੰਜਾਂ ਦੇ ਕਹਿਣ 'ਚ ਚੱਲਦਾ ਹੈ ਤੇ ਮਾਲਿਕ ਦੇ ਵੱਲੋਂ ਇਹਨੂੰ ਜਿਹੜਾ ਖਜ਼ਾਨਾ ਹੈ ਉਹ ਨਹੀਂ ਮਿਲਦਾ, ਇਹਨੂੰ ਖੁਰਾਕ ਨਹੀਂ ਮਿਲਦੀ, ਪਹਿਨਣ ਦੇ ਲਈ ਕੱਪੜਾ ਨਹੀਂ ਮਿਲਦਾ, ਜਿਹੜਾ 56 ਪ੍ਰਕਾਰ ਦੇ ਭੋਜਨ ਜਿਹੜੇ ਅੰਦਰ ਸੁੱਖਾਂ में वो नहीं मिलते, ਜਿਹਨੂੰ ਕਾਮਦੇਹ ਨੂੰ ਵੀ ਕਿਹਾ ਅੱਗੇ ਗੁਰਬਾਣੀ 'ਚ, वो कुछ नहीं मिलता। मालिक की करदा? मालिक फिर भी तरस करदिया होया बिठा दिंदा भी कोई ना, है तो बच्चा ही मेरा, कोई ना, चल वापस आ जा वे परदेसिया, मैंने आओ करी, चल घर आ जा, बहुत समय हो गया, घर आ जा। देखो इतने प्यार के कोई बुलाऊगा अपन नूं? जे आप एक गलती करते, दो गलती करते, तीन करते, जितने गलती करते। अज का समय तो इतना भयानक हो गया, कलयुग का इतना पैरा बढ़ गया कि एक दो गलती करने तो बाद ही रिलेशन रिश्ते खत्म। मनमुख जीवां दे
कहने मनमुखा तेरी दोस्ती माया का संबंध, जिचर पैनन खावने तिचर पायन कर्ण, जित दिन कछू ना होवे तित दिन बोलन गंध। ਇਹ ਤਾਂ ਮਾਇਆ ਵੀ ਇਦਾਂ ਦਾ, ਮਾਇਆ ਵੀ ਕਾਲ ਦੇ ਇਲਾਕੇ ਦਾ ਤਾਂ ਇਦਾਂ ਦਾ ਮਾਹੌਲ ਹੋ ਗਿਆ। ਤੇ ਮਹਾਰਾਜ ਕੀ ਸਮਝਾ ਰਹੇ? ਮਹਾਰਾਜ ਕਹਿੰਦੇ ਸਦਾ ਵਾਸਤੇ ਜਿਹੜੀ ਪ੍ਰੀਤੀ ਜੁੜਨੀ ਆ ਉਹਦੀ ਸੋਝੀ ਦੇ ਰਹੇ, ਉਹਦਾ ਭੇਦ ਦੇ ਰਹੇ। ਦੇਖੋ ਇਹ ਤਾਂ ਵੱਖਰਾ ਰਸਤਾ ਹੈ, ਵੱਖਰਾ, ਦੁਨੀਆ ਤੋਂ ਵੱਖਰਾ ਹੈ। ਇਹਦੇ ਵਿੱਚ ਨਾ ਪਰਵਾਹ ਹੈ, ਨਾ ਦੁਬਿਧਾ ਹੈ, ਨਾ ਨਿੰਦਾ ਹੈ, ਨਾ ਚੁਗਲੀ ਹੈ, ਨਾ ਈਰਸ਼ਾ ਹੈ। ਇਹਦੇ ਵਿੱਚ ਕੁਛ ਨਹੀਂ ਹੈ, ਸਿਰਫ ਕੀ ਆ? ਪ੍ਰੇਮ ਹੈ। ਕੋਈ ਸਿਮਰਨ 1 ਘੰਟਾ ਕਰ ਰਿਹਾ ਨਾ, ਖੁਸ਼ ਹੋ ਜਾਓ, ਇਹਦੇ ਸਹਾਰੇ ਮੈਂ ਵੀ 2 ਘੰਟੇ ਕਰ ਲਊਂਗਾ। ਇਹ ਨਹੀਂ 1 ਘੰਟਾ ਕਿ ਪਤਾ ਸਿਮਰਨ ਕਰਨ ਦੇ ਵਿੱਚ ਵੀ ਜੇ ਕਿਸੇ ਨੂੰ ਕਿਸੇ ਦੇ ਪ੍ਰਤੀ ਕੋਈ ਫੁਰਨਾ ਬੰਦਾ ਹੈ ਨਾ, ਉਹ ਕਾਲ ਦੀ ਸਰਾਰਥ ਹੁੰਦੀ ਆ। ਖੁਸ਼ ਹੋ ਜਾਣਾ, ਸ਼ੁਕਰ ਹੈ ਜਿਸ ਮਾਲਿਕ ਨੂੰ ਮੈਂ ਇੰਨੀਆਂ ਕੁੱਕਾਂ ਮਾਰਦਾ, ਮੇਰਾ ਪਰਿਵਾਰ ਵਧ ਗਿਆ, ਉਹਨੂੰ ਹੋਰ ਵੀ ਆਵਾਜ਼ਾਂ ਮਾਰਨ ਵਾਲੇ ਤਿਆਰ ਹੋ ਗਏ, ਸਾਡਾ ਪਰਿਵਾਰ ਵਧ ਗਿਆ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੋ ਗਈ। ਤੇ ਅੰਦਰ ਦੀ ਖੇਡ ਹੈ, ਤੈਨੂੰ ਮੈਂ ਵੀ ਤੈਨੂੰ ਆਵਾਜ਼ਾਂ ਮਾਰਦਾ ਤੇ ਇਹ ਵੀ ਤੈਨੂੰ ਆਵਾਜ਼ਾਂ ਮਾਰਦੇ। ਹੁਣ ਸਾਡੀ ਆਵਾਜ਼ਾਂ ਮਾਰਨ ਵਾਲਿਆਂ ਦੀ ਗਿਣਤੀ ਵੱਧ ਹੋ ਗਈ ਨਾ, ਹੁਣ ਤੈਨੂੰ ਛੇਤੀ ਕਿਰਪਾ ਕਰ ਦੇਣੀ ਚਾਹੀਦੀ ਹੈ। ਏਦਾਂ ਦੀ ਕਹਾਣੀ ਹੈ ਗੁਰਬਾਣੀ ਗੁਰੂ ਚ। ਇਹ ਸਾਰਾ ਕੁਝ ਸਮਝਾ ਰਿਹਾ ਆਪਾਂ ਨੂੰ ਮਹਾਰਾਜ। ਇਸ ਕਰਕੇ ਆਪਾਂ ਨੂੰ ਜੋ ਵਾਹਿਗੁਰੂ ਗੁਰਮੰਤਰ, ਇਹ ਜਿਹੜੀ ਆਪਾਂ ਵਿਚਾਰ ਲੈ ਕੇ ਚਲੇ ਥੇ, ਉੱਚੇ ਦ੍ਰਿੜ ਕਰਨਾ, ਮਧਮਾ ਦੇ ਵਿੱਚੋਂ ਦ੍ਰਿੜ ਕਰਨਾ, ਅੰਤਿਗ੍ਰਟ ਬੈਠਣਾ, ਸਾਰਾ ਪ੍ਰੇਮ ਹੈ ਬਸ। ਦੇਖੋ ਇੱਕ ਆਪਣੀ ਆਮ ਘਰ ਪਰਿਵਾਰਾਂ ਵਾਲੀ ਵਿਚਾਰ ਦੇ ਵਿੱਚ ਲੈਂਗੁਏਜ ਦੇ ਵਿੱਚ ਇੱਕ ਵਰਡ ਯੂਜ਼ ਕਰਦੇ, ਮਾਲਿਕ ਦੇ ਪਿੱਛੇ ਪੜ ਜਾਓ ਬਸ। ਜਿੱਦਾਂ ਇੱਕ ਬੱਚਾ ਹੁੰਦਾ ਨਾ, ਬੱਚਾ ਜਿੱਦ ਨਹੀਂ ਉਹਨੂੰ ਕਹਿੰਦੇ, ਧੱਕਾ ਨਹੀਂ, ਹਟ ਨਹੀਂ, ਮਨ ਹਟ ਨਹੀਂ, ਪ੍ਰੇਮ। ਜਿਹੜਾ ਇੱਕ ਬੱਚਾ ਜਿੱਦਾਂ ਆਪਣੇ ਪਿਤਾ ਦੇ ਨਾਲ, ਪਿਓ ਦੇ ਨਾਲ ਕਿਸੇ ਮੇਲੇ 'ਚ, ਕਿਸੇ ਮਾਰਕੀਟ 'ਚ ਚਲਾ ਜਾਵੇ ਔਰ ਉਹਨੂੰ ਕੋਈ ਚੀਜ਼ ਚੰਗੀ ਲੱਗ ਜਾਵੇ ਹੈ ਨਾ, ਤੇ ਉਹ ਬਾਰ-ਬਾਰ ਕਹੀ ਜਾਵੇ ਮੈਨੂੰ ਤਾਂ ਲੈਣਾ ਹੈ, ਮੈਨੂੰ ਦਿਲਵਾ ਦਿਓ, ਮੈਨੂੰ ਤਾਂ ਲੈਣਾ। 1-2 ਵਾਰ ਉਹਦਾ ਪਿਤਾ ਮਨਾ ਵੀ ਕਰੂਗਾ, ਫਿਰ ਦੂਜੇ, ਭਾਵੇਂ ਉਹਦੇ ਉਸ ਸਮੇਂ ਉਹਦੇ ਜੇਬ 'ਚ ਦੇ ਵਿੱਚ ਉਨੇ ਪੈਸੇ ਨਾ ਹੋ, ਲੇਕਿਨ ਉਹ ਜਦੋਂ ਬੱਚੇ ਦੀ ਅੱਖਾਂ 'ਚ ਦੇਖੂਗਾ ਨਾ ਕਿ ਬੱਚਾ ਵਾਕਈ ਮੰਗ ਰਿਹਾ ਹੈ, ਜੇ ਬੱਚਾ ਰੋ ਵੀ ਪਵੇ ਕਿ ਮੈਨੂੰ ਲੈਣੀ ਹੈ ਆ ਚੀਜ਼, ਦਿਲਵਾ ਦਿਓ, ਹੱਕ ਤੇ ਮੰਗ ਰਿਹਾ ਨਾ, ਕਿਸੇ ਹੋਰ ਤੇ ਤਾਂ ਨਹੀਂ ਮੰਗ ਸਕਦਾ। ਮਾਰਕੀਟ ਦੇ ਵਿੱਚ ਤਾਂ ਬਹੁਤ ਸਾਰੇ ਘੁੰਮ ਰਹੇ, ਆਪਣੇ ਪਿਤਾ ਤੇ ਕਹੂਗਾ ਨਾ ਮੈਨੂੰ ਲੈਣੀ ਹੈ ਇਹ ਚੀਜ਼, ਤੇ ਪਿਤਾ ਉਹਦਾ ਬੰਦੋਬਸਤ ਕਰੂਗਾ। ਫਿਰ ਘਰ ਜਾਊਗਾ, ਭਾਵੇਂ ਕਿਸੇ ਤੋਂ ਉਧਾਰ ਲਊਗਾ ਜਾਂ ਕੁਛ ਕਰੂਗਾ। ਕਹਿੰਦੇ ਫਿਰ ਇੱਕ ਸਮੇਂ ਤੇ ਜਾ ਕੇ ਘਰ ਲੈ ਜਾ ਕੇ ਬੱਚੇ ਨੂੰ ਦੂਗਾ, ਕਹਿੰਦੇ ਦੇਖ ਮੈਂ ਕੀ ਲਾਇਆ ਹਾਂ। ਏਦਾਂ ਹੁੰਦਾ ਨਾ ਘਰਾਂ ਦੇ ਵਿੱਚ। ਐਸੇ ਸਾਡਾ ਜੋ ਬਾਪ ਹੈ, ਸਾਡਾ ਜੋ ਪਿਤਾ ਹੈ, ਉਹਦੇ ਬਰਾਬਰ ਕੇਅਰ ਕਰਨ ਵਾਲਾ, ਉਹਦੇ ਬਰਾਬਰ ਪਰਵਾਹ ਕਰਨ ਵਾਲਾ, ਉਹਦੇ ਬਰਾਬਰ ਪ੍ਰੇਮ ਕਰਨ ਵਾਲਾ ਦੁਨੀਆ 'ਚ ਕੋਈ ਹੈ ਹੀ ਨਹੀਂ, ਕੋਈ ਰਿਸ਼ਤਾ ਨਹੀਂ ਹੈ। ਜੇ ਅੱਖਾਂ ਦੇ ਵਿੱਚ ਇੱਕ ਵਾਰ ਆਸ ਰੱਖ ਕੇ ਪ੍ਰੇਮ ਤੋਂ ਇੱਕ ਵਾਰ ਹੀ ਡਿੱਗ ਕੇ ਕਹਿ ਦੇਵੇ ਨਾ ਕਿ ਮਾਲਿਕ ਮੈਂ ਇੱਥੋਂ ਨਿਕਲਿਆ ਨਹੀਂ ਜਾਂਦਾ, ਮੈਨੂੰ ਇੱਥੇ ਤੋਂ ਨਿਕਾਲ ਦੇ, ਕਹਿੰਦੇ ਉਹ ਇਤਨਾ ਕਮ ਸਮੇਂ ਲਾਊਗਾ ਕਿ ਮਾਤਰ ਸਮਝ ਨਿਕਾਲ ਲਊਗਾ। ਜੇ ਅਸੀਂ ਕਹਿੰਦੇ ਹੀ ਮਾਇਆ ਤੋਂ ਹੈ, ਹਿਰਦਾ ਦੂਜੀ ਚੀਜ਼ਾਂ ਨੂੰ ਮੰਗਦਾ ਹੈ, ਰਸਨਾ ਕੁਝ ਹੋਰ ਕਹਿੰਦੀ ਆ, ਤੇ ਅੰਮ੍ਰਿਤ ਰਸ ਨਹੀਂ ਆਉਂਦਾ, ਪ੍ਰੇਮ ਨਹੀਂ ਆਉਂਦਾ, ਫੁਰਨੇ ਆਈ ਜਾਂਦੇ। ਇਹ ਸਾਰੀਆਂ ਜੁਗਤੀਆਂ ਵਿਧੀਆਂ ਪ੍ਰੇਮ ਦੇ ਵਿੱਚੋਂ ਮਹਾਰਾਜ ਨੇ ਲਗਵਾਉਣੀਆਂ ਹੈ, ਪ੍ਰੇਮ ਦੇ ਵਿੱਚੋਂ ਹੀ ਲੱਗੇਗੀਆਂ ਗੁਰਮੁਖ ਪਿਆਰਿਓ। ਇਹ ਵਿਚਾਰ ਨੂੰ ਆਪਾਂ ਸਮਝ ਲਓ। ਜਿਹੜੇ ਅੱਜ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਬੰਦੀ ਛੋੜ ਦਿਵਸ ਮਨਾ ਰਹੇ ਆਪਾਂ ਸਾਰੇ, ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ। ਆਪਾਂ ਨੂੰ ਜਿਹੜੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਜੀ ਮਾਰਗ ਦਰਸ਼ਨ ਕਰ ਰਹੇ ਨੇ ਵਾਹਿਗੁਰੂ, ਉਹਨਾਂ ਨੂੰ ਮਾਲਿਕ ਤੇ ਬੇਅੰਤ ਪ੍ਰੇਮ, ਬੇਅੰਤ। ਜੇ ਅਸੀਂ ਉਹਨਾਂ ਦੀ ਵਿਚਾਰਾਂ ਦਾ, ਉਹਨਾਂ ਦੇ ਬਚਨਾਂ ਦਾ ਜੇ ਥੋੜਾ ਜਿਹਾ ਵੀ ਸੰਗ ਕਰ ਗਏ ਨਾ ਵਾਹਿਗੁਰੂ, ਉਤਾਰ ਜਾਏਂਗੇ ਆਪਾਂ। ਸਾਡੀ ਬਾਹ ਉਹਨਾਂ ਨੇ ਛੱਡਣੀ ਨਹੀਂ, ਸੱਚੀ। ਇੱਕ ਤਾਂ ਇਹ ਸਾਡੇ ਹਿਰਦੇ 'ਚ ਭਰੋਸਾ ਹੋਣਾ ਚਾਹੀਏ, मैंने संग कर रखा है गुरु ग्रंथ साहब महाराज जी ਦਾ। मेरी मंग है नाम, मेरी मंग है मालिक,
ਹਿਰਦੇ ਦੇ ਵਿੱਚ ਮਾਲਿਕ ਅੰਦਰ ਹੀ ਬੈਠਾ ਹੈ, ਮਾਲਿਕ ਕਿਤੇ ਦੂਰ ਨਹੀਂ ਹੈ। ਜੇ ਆ ਭੁਲੇਖਾ ਪੈਂਦਾ ਨਾ ਅੰਦਰ, ਇਹ ਉਸ ਮਨ ਬੱਚੇ ਨੂੰ ਕਾਲੀ ਪੈਂਦੀ ਆ, ਉਸ ਮਨ ਬੱਚੇ ਨੂੰ ਡਾਊਟ ਪੈਂਦਾ ਹੈ ਜਿਹਦੀ ਪ੍ਰੀਤੀ ਸੱਚੀ ਨਹੀਂ ਹੈ। ਜਿਹਦੀ ਪ੍ਰੀਤੀ ਸੱਚੀ ਹੈ ਨਾ, ਮੈਨੂੰ ਤਾਂ ਮਾਲਿਕ ਹੀ ਚਾਹੀਦਾ ਹੈ, ਤੇ ਉਹਨੂੰ ਮਾਲਿਕ ਮਿਲੂਗਾ, ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਇਹ ਮਨ ਬੱਚੇ ਨੂੰ ਇੱਛਾਧਾਰੀ ਬਣਾਇਆ ਹੈ। ਇੱਛਾਧਾਰੀ ਜੇ ਆ ਕਹੂਗਾ ਨਾ ਕਿ ਮੈਨੂੰ ਤੇਥੋਂ ਹੀ ਮਿਲਣਾ ਹੈ, ਹਾਲੇ ਤਾਂ ਕਈ ਵਾਰ ਕਹਿੰਦਾ ਹੀ ਨਹੀਂ, ਇਹ ਤਾਂ ਬਸ ਅੱਧੇ ਘੰਟੇ ਦੀ ਡਿਊਟੀ ਕਰ ਲੈਂਦਾ, 2 ਘੰਟੇ ਦੀ ਡਿਊਟੀ ਕਰ ਲੈਂਦਾ, 4 ਘੰਟੇ ਦੀ। ਉਹ ਕਹਿੰਦੇ ਜਹ ਸਿਮਰਨ ਤੇਰੀ ਗਤ ਹੋਏ, 100 ਸਿਮਰਨ ਰਖ ਕੰਠ ਪਰੋਏ। ਕੰਠ ਚ ਪਰੋਲ ਹੈ, ਦੂਜੀ ਗੱਲ ਨਾ ਕਹਿ ਦੀ, ਇੱਕ ਹੀ ਕਹੀ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੱਦਾਂ ਇੱਕ ਬੱਚਾ ਮਾਂ ਨੂੰ ਬੁਲਾਉਂਦੇ ਬੁਲਾਉਂਦੇ ਰੋਂਦੇ ਰੋਂਦੇ ਕਈ ਵਾਰ ਸੌ ਜਾਂਦਾ ਨਾ, ਦੇਹੀ ਤੋਂ ਵੱਖ ਹੋ ਜਾਂਦਾ, ਉੱਥੇ ਹੀ ਰਹਿ ਜਾਣਾ ਹੈ ਆਪਾਂ ਨੇ, ਆਪਣੇ ਪਿਤਾ ਨੂੰ ਆਵਾਜ਼ਾਂ ਮਾਰਦੇ ਮਾਰਦੇ। ਇਹ ਵਿਚਾਰ ਨੂੰ ਪ੍ਰੈਕਟੀਕਲੀ ਅਸੀਂ ਪੂਰਨ ਭਰੋਸੇ ਤੇ ਮਾਲਿਕ ਦੇ ਹੁਕਮ ਚ ਰਹਿੰਦੇ ਹੋਏ ਕਹਿੰਦੇ ਇਹ ਸਾਰਾ ਕੁਝ ਗੁਰਬਾਣੀ ਗੁਰੂ ਦੇ ਵਿੱਚ ਕਲਮਬੰਦ ਹੈ। ਆਲ ਵਰਲਡ ਦੇ ਭਾਵੇਂ ਉਹ ਕਿਸੇ ਵੀ ਲੈਂਗੁਏਜ ਦੇ ਵਿੱਚ ਜੀ ਬੈਠਾ ਹੈ, ਕਿਤੇ ਵੀ ਆਪਣਾ ਭੈਣ ਭਰਾ, ਅਸੀਂ ਸਾਰਿਆਂ ਨੂੰ ਕਹਿੰਦੇ ਆਹੀ ਅਸਲ ਕਹਾਣੀ ਆ ਜੋ ਗੁਰਬਾਣੀ ਗੁਰੂ ਚ ਮਹਾਰਾਜ ਦੱਸ ਰਹੇ ਹੈ। ਸਿਰਫ ਪ੍ਰੇਮ, ਸੁਰਤ ਛੱਡੂਗੀ, ਦੇਹੀ ਨੂੰ ਪ੍ਰੇਮ ਦੇ ਵਿੱਚੋਂ ਛੱਡੂਗੀ, ਪ੍ਰੇਮ ਦੇ ਵਿੱਚੋਂ ਆਵਾਜ਼ਾਂ ਮਾਰਦੀ 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 ਦੁਨੀਆਦਾਰੀ ਨੂੰ ਭੁੱਲ ਜਾਊਗੀ, ਦੁਨੀਆਦਾਰੀ ਨੂੰ ਭੁੱਲ ਜਾਊਗੀ, ਵਿਚਾਰਾਂ ਤੇ ਰਹਿਤ ਹੋ ਜਾਊਗੀ, ਰਹਿਤ ਹੋ ਜਾਊਗੀ, ਪੌਣ ਰੂਪ ਹੋ ਕੇ ਦੇਹੀ ਤੋਂ ਵੱਖ ਹੋ ਜਾਊਗੀ, ਦੇਹੀ ਤੋਂ ਵੱਖ ਹੋ ਜਾਊਗੀ, ਸੁਨਤ ਚ ਚਲੀ ਜਾਊਗੀ, ਸੁਨਤ ਚ ਚਲੀ ਜਾਊਗੀ ਤਾਂ ਮਾਲਿਕ ਦੇਖਦਾ ਦਰ ਤੋਂ ਕੌਣ ਆਇਆ, ਕੋਈ ਆਇਆ ਹੈ, ਕੋਈ ਤਾਂ ਆਇਆ ਹੈ, ਕਿਉਂਕਿ ਬਹੁਤ ਕਮ ਜਾਂਦੇ ਨਾ ਉੱਥੇ, ਕੋਈ ਰਜੋ ਤੇ ਚਲਾ ਗਿਆ, ਕੋਈ ਤਮੋ ਤੇ ਚਲਾ ਗਿਆ, ਕੋਈ ਸਤੋ ਤੇ ਚਲਾ ਗਿਆ, ਥੱਲੇ ਹੀ ਰਹਿ ਗਏ। ਕਹਿੰਦੇ ਕੋਈ ਜਾਂਦਾ ਹੈ ਇਹੋ ਜਿਹਾ ਜਿਹੜੀ ਸੱਚੀ ਕੂਕ ਮਾਰਦਾ, ਔਰ ਮਾਰਦਾ 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 ਦੇਹੀ ਨੂੰ ਛੱਡ ਜਾਂਦਾ, ਡਿੱਗ ਜਾਂਦਾ, ਤੇ ਸੁਰਤ ਕਿੱਥੇ ਜਾਂਦੀ ਆ, ਮਾਲਿਕ ਦੇ ਦਰ ਤੋਂ ਜਾਂਦੀ ਆ। ਫਿਰ ਮਾਲਿਕ ਆਵਾਜ਼ ਦੇ ਕੇ ਜਗਾਉਂਦਾ। ਲੱਗ ਗਈ ਨਾ ਜੁਗਤੀ ਵਿਧੀ। ਤੇ ਇਹ ਜੋ ਤਰੀਕਾ ਦਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਪ੍ਰੇਮ ਕਰਨ ਦਾ ਦਿਆ ਹੈ। ਆਵਾਜ਼ ਨੂੰ ਸੁਣੀ ਜਾਏਗਾ, ਧਿਆਨ ਤੇਰਾ ਦੇ ਵਿੱਚ ਹਟ ਜਾਊਗਾ, ਕਹਿਣ ਨੂੰ ਜੁਗਤੀ ਵਿਧਿਆ ਪ੍ਰੇਮ ਕਰਦਾ ਹੈ। ਆ ਸਿਖਾ ਰਹੇ ਮਹਾਰਾਜ ਆਪਾਂ ਸਾਰਿਆਂ ਨੂੰ, ਇਕੱਠੇ ਹੋ ਕੇ ਬੈਠੋ, ਨਿਰੰਤਰ ਆਵਾਜ਼ਾਂ ਮਾਰੋ, इतनी आवाजा मारो कि आवाजा मारते मारते आवाज निकलनी बंद हो जाता है, श्वास ही करे। उदाहरण देने एक दृष्टमान जी का कोई चढ़ाई कर गया, पहले उच्ची रोगा, लोक लज्जा ते ऊपर उठ के रोगा, रोंदा ही जाऊगा रोंदा ही जाऊगा रोंदा ही जाऊगा। जे उन्होंने कोई चुप भी करूगा, उन्होंने अंदर ते जड़ा बिछड़ गया उहदे लई इतनी विराग आऊगा, वो रोंदा ही जाऊगा, विराग करदे जाऊगा, विराग करदे आवाज निकलनी बंद हो जाऊगी। बाद ते काते आ जाता, होकियां तो आ जाता, एक सांस अंदर गया, नाभि तो रुक गया, बड़ी देर बाद सांस लुट के आया। सानू भी तो यही कहा गया, नाभि तो रोक लो, दुनिया नू भुल जाता वो उस समय। कहानी प्रेम दी आ, कहानी विछोड़े दी आ। फिर एक समय जाके इदा भी होंदा है कि विराग करदिया होकियां तो आ गया, होकियां तो आ गया, होकियां तो आ गया, आंदे 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 एक बार होंदा कि वो देही तो बख हो गया, बेहोश हो गया। आप कहने भी बेहोश हो गया, आप पानी के छिट्टे मारते हैं उसके मुख तो, थोड़ी देर बाद सुरत वापस आ जाती है। उहदे विराग दे विचों वो देही नूं छड़ जांदा है सुरत, ते मालिक दे विराग दे विचों जिहड़े भगत कबीर जी ने कलम लिखा, बिन वैराग ना छूटा समाया। यह वैराग भी एक अवस्था हुंदी है, वैराग आप पैदा नहीं करा जाता, वैराग प्रेम तो आंदा है, वो हिरदे रोंदा है, मन रोंदा है, सुरत रोंदी है मिलाप दे लई। जिहड़ा आपां शब्द पढ़दे ना, कहने मित्र प्यारे नू हाल मुरीदां दा कहना, तुद बिन रोग रजाइयां दे ओढ़ण, नाग निवासा दे रहना। ये सुरत दी कहानी आ। ये साड़ी सुरत है अवस्था दे विच चली जावे, अंदर अवस्था दे विच चली जावे, मालिक दा साड़े अंग संग है बस।
ਪ੍ਰੇਮ ਕਰੋ। ਆਪਾਂ ਪ੍ਰਸਾਦਾ ਛਕੋ, ਉਹਨੂੰ ਵੀ ਕਹੋ। ਜਿਹੜਾ ਵੀ ਲੰਗਰ ਛਕਦੇ, ਚਾਹ ਦਾ ਲੰਗਰ, ਪਾਣੀ, ਜਿਹੜੀ ਜੋ ਵੀ ਚੀਜ਼ ਖਾਣੇ, ਐਸੀ ਗੂੜੀ, ਐਸੀ ਪ੍ਰੀਤ ਮਾਲਿਕ ਦੇ ਨਾਲ ਜੋੜੋ, ਉਹਨੂੰ ਵੀ ਇੱਕ ਵਾਰ ਕਿਹਾ ਕਰ, ਜ਼ਰੂਰ ਸੁਰਤ ਦੇ ਰਾਹੀਂ ਕਹਿ ਦੇਣਾ। ਐਸਾ ਪ੍ਰੇਮ ਚਾਹੀਦਾ ਮਾਲਿਕ ਨੂੰ। ਇਹ ਨਿਯਮ ਥੋੜੀ ਨਾ ਚਾਹੀਦੇ ਮਾਲਿਕ ਨੂੰ। ਕੱਟੜਪੰਥੀ ਮਾਲਿਕ ਨੂੰ ਕਿੱਦਾਂ ਚਾਹੀਦੀ ਹੈ? ਮਾਲਿਕ ਨੂੰ ਤਾਂ ਪ੍ਰੇਮ ਚਾਹੀਦਾ ਹੈ। ਔਰ ਜੋ ਨਿਯਮ, ਜੋ ਅਸੂਲ ਪ੍ਰੇਮ ਦੇ ਵਿੱਚੋਂ ਹੈ ਨਾ, वो दुनिया ਦੇ ਵਿੱਚ ਕਿਸੇ ਚੀਜ਼ 'ਚ ਬਣੇ ਹੀ ਨਹੀਂ। ਦ੍ਰਿਸ਼ਟਮਾਨ ਅਸੂਲ ਟੁੱਟ ਸਕਦੇ ਹਨ, ਪ੍ਰੇਮ ਵਾਲੇ ਨਹੀਂ ਟੁੱਟਦੇ। ਪ੍ਰੇਮ ਦੇ ਵਿੱਚ ਤਾਂ ਜਾਂ ਤਾਂ ਫਿਰ ਮੌਤ ਹੈ ਸਿੱਧੀ, जाको प्रभु मिलन का चाओ, सिर धर तली गली मेरी आओ। कोई शर्त नहीं, कोई उसूल नहीं, कुछ नहीं, बस ਜਿਹੜਾ ਕਹਿੰਦੇ ਨਾ ਆਪ ਇੱਕ ਰੰਗ ਹੈ, ਇਹਦੇ ਵਿੱਚੋਂ ਅੱਗੇ ਕਿਹਾ ਕਹਿੰਦੇ ਆਪ ਇੱਕ ਰੰਗ ਹੈ, ਆਪ ਬਹੁਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗਲ ਚੰਗੀ। ਕਹਿੰਦੇ ਜੋ ਜੋ ਤੇਰਾ ਹੁਕਮ ਤਿਵੈ ਤਿਵ ਹੋਵਣਾ। ਮਤਲਬ ਆਪਣਾ ਕੁਛ ਚੱਲਣਾ ਹੀ ਨਹੀਂ। ਏਦਾਂ ਦੀ ਲਾਈਨ, ਏਦਾਂ ਦੀ ਭਗਤੀ ਸਿਖਾ ਰਹੇ ਆਪਾਂ ਨੂੰ ਮਹਾਰਾਜ, ਏਦਾਂ ਦਾ ਪ੍ਰੇਮ ਸਿਖਾ ਰਹੇ। ਇਤਨਾ ਪ੍ਰੇਮ ਦੇ ਵਿੱਚੋਂ ਖੁੱਬਨ ਨੂੰ ਕਹਿ ਰਹੇ ਵੀ ਇਤਨਾ ਡੁੱਬ ਜਾਓ, ਇਤਨਾ ਡੁੱਬ ਜਾਓ ਪ੍ਰੇਮ ਦੇ ਵਿੱਚੋਂ ਕਿ ਤੂੰ ਨਾ ਰਹਿ, ਮੈਂ ਤੂੰ ਕਰਤਾ। ਦੇਖੋ ਇਹ ਸਾਰਾ ਕੁਝ ਗੁਰਬਾਣੀ 'ਚ ਕਲਮਬੰਦ ਕੀਤਾ। ਕਹਿੰਦੇ ਤੂੰ ਕਰਤਾ, ਤੂੰ ਭਇਆ। ਆਪਾਂ ਕਰੇ ਨਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਇਹ ਰਟਣ ਵਾਲਾ ਨਹੀਂ, ਉਹਨਾਂ ਨੇ ਪ੍ਰੇਮ ਦੇ ਵਿੱਚੋਂ ਕਿਹਾ। ਹਰ ਜਗ੍ਹਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਕਹਿੰਦੇ ਤੂੰ ਕਰਤਾ, ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ। ਮੈਂ ਥਾ ਨਾ ਪਹਿਲੇ, ਮੈਂ ਤਾਂ ਰਿਹਾ ਨਹੀਂ। ਮੈਂ ਜਦੋਂ ਤੈਨੂੰ ਲੱਭਣ ਚਲਾ, ਤੂੰ ਕਰਤਾ, ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ। ਕਹਿੰਦੇ ਜੇ ਮੈंने ਆਪਣੇ ਆਪ ਨੂੰ ਪਰਖਾ, ਆਪਣੇ ਆਪ ਨੂੰ ਦੇਖਾ, ਕਹਿੰਦੇ ਜਦ ਦੇਖਾਂ ਤਾਂ ਤੂੰ, ਕਹਿੰਦੇ ਹਰ ਜਗ੍ਹਾ ਫਿਰ ਤਾਂ ਤੂੰ ਹੀ ਨਜ਼ਰ ਆਇਆ। ਇਤਨਾ ਪ੍ਰੇਮ ਸਿਖਾ ਰਹੀ ਹੈ ਗੁਰਬਾਣੀ ਗੁਰੂ ਆਪਾਂ ਨੂੰ। ਇਹ ਕਰਨਾ ਆਪਾਂ ਨੂੰ ਜਦੋਂ ਆਪਣੀ ਇਹ ਕਲਾਸ 'ਚ ਬੈਠਣਾ, ਕਿਤੇ ਵੀ ਬੈਠਣਾ। ਵਾਹਿਗੁਰੂ ਅਸੀਂ ਵਾਰ-ਵਾਰ ਇਹ ਆਮ ਲਾਈਫ ਦੇ ਵਿੱਚ ਵਿਚਰਨ ਦੇ ਲਈ ਜੋ ਤਰੀਕੇ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਮਾਲਿਕ ਨੂੰ ਅੱਤ ਦਾ ਪ੍ਰੇਮ ਕਰ ਲਓ, ਬੇਅੰਤ। ਔਰ ਉਹਦੇ ਲਈ ਕੋਈ ਤੁਹਾਨੂੰ ਡਿਸਿਪਲਿਨ ਤਿਆਰ ਇਹਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ, ਰੂਲਸ ਬਣਾਉਣ ਦੀ ਜ਼ਰੂਰਤ ਨਹੀਂ, ਕੱਟੜਪੰਥੀ ਦੀ ਜ਼ਰੂਰਤ ਨਹੀਂ। ਭੋਲੇ ਭਾਵ ਦੇ, ਭੋਲਾ ਭਾਵ ਗੋਬਿੰਦ ਮਿਲਾਵੇ। ਮੈਂ ਮਾਲਿਕ ਜਿੱਦਾਂ ਦਾ ਵੀ ਹਾਂ ਬਸ ਤੇਰਾ ਹਾਂ, ਮੈਂ ਜਿੱਦਾਂ ਦੀ ਵੀ ਹਾਂ ਬਸ ਤੇਰੀ ਹਾਂ। ਹੁਣ ਮੈਂ ਜਿੱਦਾਂ ਦੀ ਹਾਂ, ਮੈਨੂੰ ਉਦਾਂ ਦਾ ਬਣਾ ਲੈ ਜਿੱਦਾਂ ਦਾ ਤੈਨੂੰ ਅੱਛਾ ਲੱਗਦਾ ਹੈ। ਭੋਲਾ ਭਾਵ ਹੋ ਗਿਆ ਨਾ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਮਹਾਰਾਜ ਕਲੀਅਰ ਕਰ ਰਹੇ, ਚਤਰਾਈ ਤੇ ਸਿਆਣਪ ਤਾਂ ਚੱਲਣੀ ਨਹੀਂ, ਪ੍ਰੇਮ ਚਲੂਗਾ। ਇਹ ਜਿਹੜੀਆਂ ਨੇਤਰ ਜਿਹੜੇ ਪਛਾਣ ਆ, ਪਛਾਣ ਕਰ ਲੈਣੀ ਹੁੰਦੀ ਆ। ਇਹ ਜਿਹੜੇ ਨੇਤਰ ਬਹੁਤ ਵੱਡੇ ਵੱਡੇ ਖੁੱਲਦੇ ਨਾ, ਚਤੁਰ ਦ੍ਰਿਸ਼ਟੀ ਵਰਤਨੇ, ਬਸ ਐ ਇੱਧਰ ਗਏ, ਐ ਇੱਧਰ ਗਏ, ਐ ਉੱਪਰ ਗਏ, ਐ ਥੱਲੇ ਗਏ। ਕਹਿੰਦੇ ਆ ਮਨਮੁਖ ਦੀ ਪਹਿਚਾਣ ਹੈ। ਕਹਿੰਦੇ ਜਿਹੜੇ ਨੇਤਰ ਠਹਿਰ ਗਏ, ਅੰਦਰ ਤੋਂ ਠਹਿਰ ਗਏ, ਜਿਨ੍ਹਾਂ ਦੇ ਵਿੱਚ ਮਾਲਿਕ ਦੀ ਯਾਦ ਵਸਦੀ ਆ, ਸੇਜ ਲੱਗਦੀ ਆ, ਵਿਰਾਗ ਰਹਿੰਦਾ ਹੈ, ਕਹਿੰਦੇ ਉਹ ਮਾਲਿਕ ਦੀ ਪਿਆਰੀ ਸੁਰਤ ਹੈ, ਉਹ ਗੁਰਮੁਖ ਹੈ। ਕਹਿੰਦੇ ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ, ਗੱਲੀ ਜੋਗ ਨਾ ਹੋਈ। ਕਹਿੰਦੇ ਜੋਗ ਨ ਡੰਡੇ, ਜੋਗ ਨ ਖਿੰਤਾ, ਜੋਗ ਨ ਡੰਡੇ, ਜੋਗ ਨਾ ਪਸਮ ਰਮਾਈ। ਜਿਹੜਾ ਜੋਗੀ ਹੈ ਉਹ ਇतना कुछ नहीं करूगा, बस ਕੀ ਕਰੂਗਾ, ਪ੍ਰੇਮ ਕਰੂਗਾ। ਮੰਜੇ ਤੇ ਪਊਗਾ ਰਾਤ ਨੂੰ ਤਾਂ ਵੀ ਮਾਲਿਕ ਦਾ ਚੇਤਾ। ਇਹ ਵੀ ਗੁਰਬਾਣੀ ਗੁਰੂ ਚ ਕਿਹਾ ਕਿ ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ ਕੀ ਕਰਨਾ, ਉਹਦਾ ਚੇਤਾ ਕਰਨਾ। ਏਦਾਂ ਤੋਂ ਕਹਿ ਰਹੀ ਹੈ ਗੁਰਬਾਣੀ ਗੁਰੂ। ਜਿਹੜਾ ਆਪਾਂ ਕਹਿੰਦੇ ਵਾਹੇ ਨੂੰ ਬੋਲ ਕੇ ਵਾਹੇ ਨੂੰ ਸੁਣੇ, ਜਾਂ ਗੁਰੂ ਨੂੰ ਬੋਲ ਕੇ ਗੁਰੂ ਨੂੰ ਸੁਣੇ। ਇਹ ਤਾਂ ਜੁਗਤੀ ਤੇ ਵਿਧੀ ਦਿੱਤੀ ਆ ਇਹ ਭਟਕੇ ਹੋਏ ਮਨ ਨੂੰ ਬਿਠਾਉਣ ਦੀ। ਬਾਕੀ ਪ੍ਰੇਮ ਦੀ ਬਹੁਤ ਲੋੜ ਆ।
ਜਿਹੜਾ ਮਨ ਬੱਚਾ ਨਿਕਲ ਗਿਆ ਘਰ ਤੇ ਬਹੁਤ ਦੂਰ, ਉਹਨੂੰ ਵਾਪਸ ਲਾਉਣ ਦੇ ਲਈ ਆ ਜੁਗਤੀ ਵਿਧੀ ਦਿੱਤੀ ਆ। ਇਹ ਮਾਲਿਕ ਨੂੰ ਪ੍ਰੇਮ ਕਰਨ ਦੀ ਜੁਗਤੀ ਵਿਧੀ ਦਿੱਤੀ ਆ। ਕਈ ਵਾਰ ਭੁਲੇਖਾ ਪੈ ਜਾਂਦਾ ਨਾ ਕਿ ਗੁਰਮੰਤਰ ਉੱਚੀ ਕਿਉਂ ਦ੍ਰਿੜ ਕਰਨਾ ਹੈ। ਇਹ ਅੱਜ ਮਹਾਰਾਜ ਨੇ ਕਿਰਪਾ ਕੀਤੀ ਆ, ਮੀਨਿੰਗ ਆਪਾਂ ਨੂੰ ਸਾਰਿਆਂ ਨੂੰ ਦੱਸਦੀ ਆ ਵੀ ਆਵਾਜ਼ ਉੱਚੀ ਤੋਂ ਮਤਲਬ ਨਹੀਂ ਹੁੰਦਾ, ਕਹਾਣੀ ਵਿੱਚ ਪ੍ਰੇਮ ਦੀ ਹੁੰਦੀ ਆ, ਦੁੱਖ ਵਿਛੋੜੇ ਦਾ ਹੁੰਦਾ ਹੈ, ਮਿਲਾਪ ਦੀ ਇੱਛਾ ਹੁੰਦੀ ਆ। ਆਇਆ ਦੱਸ ਰਹੇ ਸਾਰੇ ਆਪਾਂ ਨੂੰ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭਾਵੇਂ ਕਿੱਦਾਂ ਦੀ ਅਵਸਥਾ ਦੇ ਵਿੱਚ ਵੀ ਮਨ ਚਲਾ ਗਿਆ, ਜੇ ਮਹਾਰਾਜ ਦੀ ਗੁਰਬਾਣੀ ਗੁਰੂ ਦਾ ਸੰਗ ਹਿਰਦੇ ਦੇ ਨਾਲ ਕਰੂਗਾ, ਮਾਲਿਕ ਨੇ ਉਹਨੂੰ ਬੰਦਾ ਬਣਾ ਦੇਣਾ, ਸਾਧੂ ਬਣਾ ਦੇਣਾ, ਸੰਤ ਬਣਾ ਦੇਣਾ, ਗੁਰਮੁਖ ਬਣਾ ਦੇਣਾ। ਬਸ ਨੀਵੇਂ ਹੋ ਕੇ ਬਹਿ ਜਾਓ, ਉਹ ਪ੍ਰੇਮ ਕਰੋ, ਫੁਰਸਤ ਹੀ ਨਾ ਲੱਗਣ ਦੋ ਮਨ ਨੂੰ ਕੁਝ ਹੋਰ ਕਰਨ ਦੀ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਹੈ ਜੀ। ਗੁਰਮੁਖ ਪਿਆਰਿਓ ਸਾਰੇ ਹੀ ਪਰਿਵਾਰ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਨੂੰ ਮੁੱਖ ਰੱਖਦਿਆਂ ਹੋਇਆ ਵਿਚਾਰ ਕੀਤੀ ਆ। ਜੇ ਵਿਚਾਰ ਕਰਦਿਆਂ ਹੋਇਆ ਸਾਤੇ ਕੋਈ ਸ਼ਬਦ ਗੁਰਬਾਣੀ ਗੁਰੂ ਦਾ ਅੱਗੇ ਪਿੱਛੇ ਬੋਲਾ ਗਿਆ ਹੋ, ਆਪ ਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਵਾਹਿਗੁਰੂ ਬਖਸ਼ ਦੇਣਾ। ਸਾਰਾ ਹੀ ਪਰਿਵਾਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।